ਸਾਡੀ ਅੱਜ ਡਿਊਟੀ ਲੱਗੀ ਸੀ ਕੌਮੀ ਸਾਹਿਬ ਮੋਰਚੇ ਵੱਲੋਂ ਕਿ ਅਸੀਂ ਦਰਬਾਰ ਸਾਹਿਬ ਦੇ ਜਿਹੜਾ ਦਰਸ਼ਨੀ ਗੇਟ ਆ ਉੱਥੇ ਆ ਕੇ ਇੱਕ ਸਿੰਬੋਲਿਕ ਪ੍ਰੋਟੈਸਟ ਕਰੀਏ। G20 ਜਿਹੜਾ ਸੰਮੇਲਨ ਅੰਮ੍ਰਿਤਸਰ ਦੀ ਧਰਤੀ ਤੇ ਹੋ ਰਿਹਾ, ਉੱਥੇ 19 ਮੁਲਕਾਂ ਦੇ ਜਿਹੜੇ ਨੁਮਾਇੰਦੇ ਨੇ ਇਸ ਧਰਤੀ ਤੇ ਆਏ ਨੇ। ਭਾਈ ਗੁਰਦੀਪ ਸਿੰਘ ਖੇੜਾ ਜਿਹੜੇ ਬੰਦੀ ਸਿੰਘ ਨੇ, ਉਹਨਾਂ ਨੇ ਕਿਹਾ ਸੀਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਮੋਰਚੇ ਦੇ ਵਿੱਚ ਸਹੀ ਨਹੀਂ, ਉਹਦੇ ਨਾਲ ਬੇਅਦਬੀ ਦਾ ਜਿਹੜਾ ਉਹ ਖਦਸ਼ਾ ਬਣਿਆ ਰਹਿੰਦਾ ਹਮੇਸ਼ਾ। ਖੇੜਾ ਸਾਹਿਬ ਮੋਰਚੇ 'ਚ ਹਜੇ ਤੱਕ ਪਹੁੰਚੇ ਨਹੀਂ ਹੈਗੇ। ਮੈਂ ਸਮਝਦਾ ਜਿੱਦਣ ਉਹ ਪਹੁੰਚਣਗੇ ਉਹ ਖੁਦ ਸਹਿਮਤ ਹੋਣਗੇ, ਉੱਥੇ ਇਦਾਂ ਦੀ ਕੋਈ ਬੇਅਦਬੀ ਵਾਲੀ ਗੱਲ ਨਹੀਂ ਹੋ ਸਕਦੀ, ਕਿਉਂਕਿ ਉੱਥੇ ਪੰਡਾਲ ਇਸ ਤਰੀਕੇ ਨਾਲ ਲੱਗਿਆ ਹੋਇਆ, ਸੰਗਤ ਉਸ ਤਰੀਕੇ ਨਾਲ ਬੈਠੀ ਹੈ, ਸੋ ਉੱਥੇ ਕੋਈ ਇਦਾਂ ਦੀ ਘਟਨਾ ਨਹੀਂ ਵਾਪਰ ਸਕਦੀ। ਇਸ ਜਗ੍ਹਾ ਦੇ ਇਕੱਲੇ ਮਾਝੇ ਰੀਜਨ ਤੇ ਹਜ਼ਾਰਾਂ ਸੈਂਕੜੇ ਜਿਹੜੇ ਨੌਜਵਾਨਾਂ ਦਾ ਫੇਕ ਐਨਕਾਊਂਟਰ ਕੀਤਾ ਗਿਆ, ਲੋਕਾਂ ਨੂੰ ਅਣਪਛਾਤੀਆਂ ਲਾਸ਼ਾਂ ਕਹਿ ਕੇ ਸਾੜਿਆ ਗਿਆ, ਕਿਸੇ ਨੇ ਕੋਈ ਬਾਤ ਨਹੀਂ ਪੁੱਛੀ। ਇਹੋ ਹੀ ਜਗ੍ਹਾ ਜਿੱਥੇ ਸਿੱਖਾਂ ਦਾ ਮੁਕੱਦਸ ਥਾਂ ਦਰਬਾਰ ਸਾਹਿਬ, ਉੱਥੇ ਹਮਲਾ ਕਰਕੇ ਅਕਾਲ ਤਖਤ ਸਾਹਿਬ ਨੂੰ ਢਾਇਆ ਗਿਆ। ਅੱਜ ਅੰਮ੍ਰਿਤਸਰ ਗੋਲਡਨ ਗੇਟ ਤੇ ਕੌਮੀ ਇਨਸਾਫ ਮੋਰਚਾ ਦੇ ਜਿਹੜੇ ਮੈਂਬਰ ਨੇ ਉਹ ਪਹੁੰਚੇ ਨੇ। ਇਹਨਾਂ ਵੱਲੋਂ ਇੱਕ ਮੈਮੋਰੈਂਡਮ ਵੀ ਜਿਹੜਾ ਹੈ ਉਹ ਦਿੱਤਾ ਗਿਆ ਹੈ, ਪੁਲਿਸ ਨੂੰ ਦਿੱਤਾ ਗਿਆ ਹਾਲਾਂਕਿ, ਲੇਕਿਨ ਇਹ ਮੈਮੋਰੈਂਡਮ ਨਾਮ ਹੈ ਉਹਨਾਂ ਇੰਟਰਨੈਸ਼ਨਲ ਅੰਤਰਰਾਸ਼ਟਰੀ ਪੱਧਰ ਦੇ ਜਿਹੜੇ ਲੋਕ ਨੇ ਜਿਹੜੇ ਕਿ G20 ਸਮਿਟ ਇੱਥੇ ਅਟੈਂਡ ਕਰਨ ਆਏ ਨੇ, ਉਹਨਾਂ ਦੇ ਨਾਮ ਤੇ ਇਸ ਦੇ ਵਿੱਚ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਜਿਹੜੇ ਨੇ ਉਹ ਕਾਗਜ਼ਾਤ ਜਿਹੜੇ ਮੰਗ ਪੱਤਰ ਨੇ ਦਿੱਤੇ ਗਏ ਨੇ, ਜਿਹੜੇ ਜਿਸ ਵਿੱਚ 84 ਦੇ ਜਿਹੜੇ ਕਤਲੇਆਮ ਦੇ ਵਿੱਚ ਜਿਹੜੀਆਂ ਚੀਜ਼ਾਂ ਹੋਈਆਂ ਜਿਸ ਦਾ ਇਨਸਾਫ ਹੁਣ ਤੱਕ ਨਹੀਂ ਮਿਲ ਸਕਿਆ, ਉਹ ਉਸ ਤੋਂ ਬਾਅਦ ਬੇਅਦਬੀ, ਬਹਿਬਲ ਕਲਾਂ ਗੋਲੀकांड ਤੋਂ ਇਲਾਵਾ ਹੋਰ ਕਈ ਜਿਹੜੀਆਂ ਨੇ ਚੀਜ਼ਾਂ ਸ਼ਾਮਿਲ ਕੀਤੀਆਂ ਗਈਆਂ ਨੇ। ਔਰ ਕਿਹਾ ਜਾ ਰਿਹਾ ਹੈ ਕਿ ਜਿੱਥੇ ਐਡੇ ਵੱਡੇ ਸਮਿਟ ਹੋ ਰਹੇ ਨੇ, ਐਡੇ ਵੱਡੇ ਦੇਸ਼ ਪਹੁੰਚੇ ਨੇ, ਉੱਥੇ ਹੀ ਮਨੁੱਖੀ ਅਧਿਕਾਰਾਂ ਦੀ ਇਹ ਦੇਸ਼ ਗੱਲਾਂ ਕਰਦੇ ਨੇ ਤੇ ਮਨੁੱਖੀ ਅਧਿਕਾਰਾਂ ਦਾ ਜਿਹੜਾ ਘਾਣ ਹੋ ਰਿਹਾ ਹੈ ਉਹਨੂੰ ਰੋਕਣ ਵਾਸਤੇ ਜਿਹੜਾ ਹੈ ਇਹ ਵਿਉਂਤਬੰਦੀ ਹੈ ਜਿਹੜੀ, ਔਰ ਜਿਹੜਾ ਮੰਗ ਪੱਤਰ ਹੈ ਅੱਜ ਦਿੱਤਾ ਗਿਆ। ਗੱਲਬਾਤ ਕਰਕੇ ਜਾਣਦੇ ਹਾਂ, ਸਾਡੇ ਕੋਲ ਇੱਥੇ ਮੈਂਬਰ ਪਹੁੰਚੇ ਨੇ। ਹਾਂਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਜੀ, ਆਪਣਾ ਨਾਮ ਤੇ ਅੱਜ ਕਿਹੜੀ ਇੱਥੇ ਪਹੁੰਚਣ ਦਾ ਕਾਰਨ? ਮੇਰਾ ਨਾਮ ਵੀਰ ਜੀ ਦਿਲਸ਼ੇਰ ਸਿੰਘ ਜੰਡਿਆਲਾ ਹੈ, ਪ੍ਰੋਫੈਸ਼ਨ ਤੋਂ ਮੈਂ ਐਡਵੋਕੇਟ ਹਾਂ ਤੇ ਕੌਮੀ ਇਨਸਾਫ ਮੋਰਚੇ ਦਾ ਇੱਕ ਮੈਂਬਰ ਹਾਂ। ਸਾਡੀ ਅੱਜ ਡਿਊਟੀ ਲੱਗੀ ਸੀ ਕੌਮੀ ਇਨਸਾਫ ਮੋਰਚੇ ਵੱਲੋਂ ਕਿ ਅਸੀਂ ਦਰਬਾਰ ਸਾਹਿਬ ਦੇ ਜਿਹੜਾ ਦਰਸ਼ਨੀ ਗੇਟ ਆ ਉੱਥੇ ਆ ਕੇ ਇੱਕ ਸਿੰਬੋਲਿਕ ਪ੍ਰੋਟੈਸਟ ਕਰੀਏ। G20 ਜਿਹੜਾ ਸੰਮੇਲਨ ਅੰਮ੍ਰਿਤਸਰ ਦੀ ਧਰਤੀ ਤੇ ਹੋ ਰਿਹਾ, ਉੱਥੇ 19 ਮੁਲਕਾਂ ਦੇ ਜਿਹੜੇ ਨੁਮਾਇੰਦੇ ਨੇ ਇਸ ਧਰਤੀ ਤੇ ਆਏ ਨੇ, ਉਹ ਕਰ ਰਹੇ ਨੇ ਕੋਈ ਵਪਾਰ ਦੀ। ਜਿਸ ਜਗ੍ਹਾ ਤੇ ਆਪਾਂ ਖੜੇ ਆ, ਇਸ ਜਗ੍ਹਾ ਦੇ ਇਕੱਲੇ ਮਾਝੇ ਰੀਜਨ ਤੇ ਹਜ਼ਾਰਾਂ ਸੈਂਕੜੇ ਜਿਹੜੇ ਨੌਜਵਾਨਾਂ ਦਾ ਫੇਕ ਐਨਕਾਊਂਟਰ ਕੀਤਾ ਗਿਆ, ਲੋਕਾਂ ਨੂੰ ਅਣਪਛਾਤੀਆਂ ਲਾਸ਼ਾਂ ਕਹਿ ਕੇ ਸਾੜਿਆ ਗਿਆ, ਕਿਸੇ ਨੇ ਕੋਈ ਬਾਤ ਨਹੀਂ ਪੁੱਛੀ। ਇਹੋ ਹੀ ਜਗ੍ਹਾ ਜਿੱਥੇ ਸਿੱਖਾਂ ਦਾ ਮੁਕੱਦਸ ਥਾਂ ਦਰਬਾਰ ਸਾਹਿਬ, ਉੱਥੇ ਹਮਲਾ ਕਰਕੇ ਅਕਾਲ ਤਖਤ ਸਾਹਿਬ ਨੂੰ ਢਾਇਆ ਗਿਆ, ਕੋਈ ਦਲੀਲ, ਕੋਈ ਅਪੀਲ ਨਹੀਂ ਸੁਣੀ ਗਈ ਕਿਸੇ ਦੀ। ਇਹ ਉਹੋ ਹੀ ਰੀਜਨ ਆ ਜਿੱਥੇ ਸਭ ਤੋਂ ਜ਼ਿਆਦਾ ਡਰੱਗ ਪੈਨੀਟ੍ਰੇਸ਼ਨ ਹੋ ਰਹੀ ਹੈ। ਇਹ ਉਹੋ ਹੀ ਰੀਜਨ ਆ ਜਿੱਥੇ ਸਭ ਤੋਂ ਜ਼ਿਆਦਾ ਬ੍ਰੇਨ ਡਰੇਨ ਹੋ ਰਿਹਾ ਨੌਜਵਾਨਾਂ ਦਾ। ਹੋੜ ਲੱਗੀ ਪਈ ਆ ਕਿ ਇੱਥੋਂ ਭੱਜ ਜਾਈਏ। ਇਸ ਕਰਕੇ ਭੱਜੀਏ ਕਿਉਂਕਿ ਜੋ ਇੱਥੇ ਫਿਜ਼ਾ ਹੈ ਪ੍ਰਸ਼ਾਸਨ ਦੀ ਜਾਂ ਪੋਲੀਟੀਕਲ, ਉਹ ਬੜੀ ਗਲਤ ਵਗ ਰਹੀ ਆ। ਇਸ ਪੰਜਾਬ ਦੀ ਧਰਤੀ ਤੇ ਜਿਹੜਾ ਊੜੇ ਤੋਂ ਲੈ ਕੇ ਜੂੜੇ ਤੱਕ ਦੀ ਜਿਹੜੀ ਸਿੱਖ ਸੰਘਰਸ਼ ਕਰਨਾ ਪੈ ਰਿਹਾ, ਇੱਥੇ ਐਸੀ ਇੱਕ ਨੌਬਤ ਆ ਗਈ ਹੈ ਕਿ ਪੰਜਾਬ ਦੇ ਵਿੱਚ ਹੀ, ਪੰਜਾਬ ਦੇ ਸਕੂਲਾਂ ਦੇ ਵਿੱਚ ਪੰਜਾਬੀ ਬੋਲਣ ਤੇ ਪਾਬੰਦੀ ਆ। ਇਸ ਤੋਂ ਅੱਗੇ ਜਦੋਂ ਅਸੀਂ ਮੇਨ ਮੁੱਦਿਆਂ ਵੱਲ ਚੱਲਦੇ ਹਾਂ ਕਿ ਸਾਡੇ ਬੰਦੀ ਸਿੰਘ ਜਿਹੜੇ 32 ਸਾਲਾਂ ਤੋਂ ਜੇਲ੍ਹਾਂ 'ਚ ਬੰਦ ਨੇ, ਉਹਨਾਂ ਨੂੰ ਕੋਈ ਰਿਹਾ ਕਰਨ ਦਾ ਕੋਈ ਯਤਨ ਨਹੀਂ ਕੀਤਾ ਜਾ ਰਿਹਾ, ਬਜਾਏ ਇਹਦੇ ਕਿ 13 ਸਾਲਾਂ ਤੋਂ ਇਹ ਇੱਕ ਸੰਘਰਸ਼ ਚੱਲ ਰਿਹਾ। 2013 ਤੋਂ ਲੋਕ ਧੱਕੇ ਖਾ ਰਹੇ ਨੇ, ਸੜਕਾਂ ਤੇ ਪ੍ਰੋਟੈਸਟ ਕਰ ਰਹੇ ਨੇ, ਮੁਜ਼ਾਹਰੇ ਕਰ ਰਹੇ ਨੇ, ਮੋਰਚੇ ਲਾਏ ਨੇ ਕਿ ਇਹਨਾਂ ਨੂੰ ਛੱਡੋ, ਨਹੀਂ ਛੱਡਿਆ ਜਾ ਰਿਹਾ। ਉਲਟਾ ਜਿਹੜਾ ਹਿੰਦੂਤਵ ਦੀ ਜਦੋਂ ਗੱਲ ਕਰਨ ਵਾਲੇ ਸੱਜਣ ਨੇ, ਉਹਨਾਂ ਨੂੰ ਜਿਹੜਾ ਵਾ ਵੱਡੇ ਕ੍ਰਾਈਮਸ ਤੋਂ ਬਰੀ ਕੀਤਾ ਜਾ ਰਿਹਾ, ਉਹਨਾਂ ਨੂੰ MP ਦੀਆਂ ਸੀਟਾਂ ਨਵਾਜੀਆਂ ਜਾ ਰਹੀਆਂ ਨੇ। ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡਿਆ ਗਿਆ 27 ਸਾਲ ਬਾਅਦ ਹਿਊਮਨਟੇਰੀਅਨ ਗਰਾਊਂਡ ਤੇ। ਬਿਲਕਸ ਬਾਨੋ ਦੇ ਕਾਤਲਾਂ ਨੂੰ ਛੱਡਿਆ ਜਾਂਦਾ ਹਿਊਮਨਟੇਰੀਅਨ ਗਰਾਊਂਡ ਤੇ। ਅਸੀਂ ਇਹ ਪੁੱਛਦੇ ਹਾਂ ਕਿ ਹਿਊਮਨਟੇਰੀਅਨ ਗਰਾਊਂਡਸ ਸਿੱਖਾਂ ਦੇ ਕਿੱਥੇ ਨੇ? ਇਹ ਕਿੱਦਾਂ ਮਾਪਦੰਡ ਹੈਗਾ ਕਿ ਸਿੱਖਾਂ ਨੂੰ ਜਦੋਂ ਛੱਡਾਂਗੇ ਤੇ ਲਾਅ ਐਂਡ ਆਰਡਰ ਸਿਚੁਏਸ਼ਨ ਖਰਾਬ ਹੋ ਜਾਊਗੀ? ਜੋ ਬੇਅਦਬੀਆਂ ਦੇ ਦੋਸ਼ੀ ਨੇ, ਰਾਮ ਰਹੀਮ ਵਰਗੇ, ਉਹਨਾਂ ਨੂੰ Z ਸਿਕਿਉਰਟੀਆਂ ਦਿੱਤੀਆਂ ਜਾ ਰਹੀਆਂ ਪੈਰੋਲਾਂ ਦੇ ਦੌਰਾਨ। ਸੋ ਇਹ ਸਾਰੀਆਂ ਡਿਸਕ੍ਰਿਮੀਨੇਸ਼ਨਸ ਜੋ ਸੋਸ਼ਲ ਪ੍ਰੋਬਲਮਸ ਨੇ ਸਿੱਖਾਂ ਦੀਆਂ, ਉਹ ਮੈਮੋਰੈਂਡਮ ਦੇ ਵਿੱਚ ਅਸੀਂ ਇਹਨਾਂ ਨੁਮਾਇੰਦਿਆਂ ਤੱਕ ਰੱਖੀਆਂ ਨੇ, ਤਾਂ ਜੋ ਇਹ ਕੰਟਰੀ ਦੇ, ਮੁਲਕ ਦੇ ਜਿਹੜੇ ਹਾਕਮਰਾਨ ਨੇ ਉਹਨਾਂ ਨੂੰ ਪੁੱਛਣ
ਕਿ ਤੁਹਾਡੇ ਮੁਲਕ ਦੀਆਂ ਜਿਹੜੀਆਂ ਮਾਈਨੋਰਿਟੀਜ਼ ਨੇ ਉਹ ਪਰੇਸ਼ਾਨ ਕਿਉਂ ਆ, ਉਹ ਕਿਉਂ ਤੁਹਾਡੇ ਤੋਂ ਗੁਹਾਰ ਨਹੀਂ ਲਾ ਰਹੀਆਂ, ਬਜਾਏ ਤੁਹਾਡੇ ਤੋਂ ਰਿਜ਼ੋਲਵ ਕਰਾਉਣ ਲਈ ਉਹ ਸਾਨੂੰ ਮੈਮੋਰੈਂਡਮ ਲਿਖ ਕੇ ਸਾਨੂੰ ਇਹ ਇੰਟਰਫੇਰੈਂਸ ਚਾਹੁੰਦੀਆਂ ਨੇ ਕਿ ਅਸੀਂ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਕਰੀਏ। ਸਰ ਇਹ ਦੇਖਣ ਨੂੰ ਚੀਜ਼ ਮਿਲੀ ਹੈ ਕਿ ਇਹਦੇ ਵਿੱਚ ਜਿਸ ਤਰ੍ਹਾਂ ਹੁਣ ਕਿ ਜੇ ਤੁਸੀਂ ਲਾਅ ਦੀ ਗੱਲ ਕੀਤੀ ਹੈ, ਕ੍ਰਾਈਟੇਰੀਆ ਕੀਤਾ, ਮੈਨੂੰ ਲੱਗਦਾ ਕਿ ਉਹ ਕਹਿੰਦੇ ਜੀ ਰਾਜੀਵ ਗਾਂਧੀ ਦੇ ਜਿਹੜੇ ਕਤਲ ਛੱਡੇ ਗਏ ਨੇ ਉਹ ਸਟੇਟ ਦਾ ਇਸ਼ੂ ਸੀਗਾ, ਜਿਹੜੇ ਬਿਲਕਿਸ ਬਾਣੋ ਦੇ ਕੀਤੇ ਗਏ ਜੀ ਉਹਨਾਂ ਵਾਸਤੇ ਗਵਾਹ ਨਹੀਂ ਮਿਲੇ, ਤੇ ਸਾਰੇ ਗਵਾਹ ਸਾਰੇ ਜਿਹੜੇ ਇਸ਼ੂਜ਼ ਨੇ ਉਹ ਕੇਂਦਰ ਕੋਲ ਨੇ, ਇੱਥੇ ਸਾਰੇ ਵਖਰੇਵੇਂ ਜਿਹੜੇ ਉਹ ਸਿੱਖ ਬੰਦੀਆਂ ਵਾਸਤੇ ਜਿਹੜੇ ਨਜ਼ਰ ਆ ਰਹੇ। ਦੇਖੋ ਇੱਥੇ ਫੈਲਾਅ ਹੈ, ਅਸੀਂ ਤੇ ਵਕੀਲ ਦੇ ਤੌਰ ਤੇ ਇਸ ਗੱਲ ਨੂੰ ਬੜੇ ਗੰਭੀਰਤਾ ਨਾਲ ਸਮਝਦੇ ਹਾਂ। ਤੁਸੀਂ ਮੈਂ ਇੱਕ ਹੋਰ ਐਗਜ਼ਾਮਪਲ ਦੇ ਦੇਣਾ, ਕੋਈ ਨਾਨ ਸਿੱਖ ਬੰਦਾ ਦੱਸ ਦਿਓ ਜਿਹਨੇ 32 ਜਾਂ 33 ਸਾਲ ਦੀ ਕੈਦ ਕੱਟੀ ਹੋਵੇ ਜਾਂ ਜੇਲ੍ਹ 'ਚ ਬੰਦ ਹੋਵੇ ਇੰਨੇ ਲੰਬੇ ਸਮੇਂ ਤੋਂ। ਇਹ ਸਿਰਫ ਤੇ ਸਿਰਫ ਡਿਸਕ੍ਰਿਮੀਨੇਸ਼ਨ ਹੈਗਾ, ਇਹਨੂੰ ਸਮਝਣਾ ਪੈਣਾ ਕਿਉਂ ਹੈਗਾ। ਇਸ ਕਰਕੇ ਹੋ ਰਿਹਾ ਕਿਉਂਕਿ ਅਸੀਂ ਮਿਨੋਰਿਟੀ 'ਚ ਹਾਂ, ਇਹ ਮੈਜੋਰਿਟੀ ਰੂਲ ਚੱਲ ਰਿਹਾ, ਇੱਥੇ ਰੂਲ ਰਾਲ ਨਹੀਂ ਹੈਗਾ, ਇੱਥੇ ਜੋ ਮੈਜੋਰਿਟੀ ਚਾਹੁੰਦੀ ਉਹ ਹੋ ਰਿਹਾ। ਗੁਜਰਾਤ ਕੋਈ ਪਵਿੱਤਰ ਸ਼ਹਿਰ ਨਹੀਂ ਆ, ਉੱਥੇ ਇੱਕ ਮਹਾਤਮਾ ਗਾਂਧੀ ਨੇਸ਼ਨ ਆਫ ਫਾਦਰ ਦਾ ਬਰਥ ਪਲੇਸ ਆ ਮਹਾਤਮਾ ਗਾਂਧੀ, ਉਹਨੂੰ ਇਸ ਹਾਕਮਰਾਨ ਦੀ ਸਰਕਾਰ ਦੀ ਆਈਡੀਓਲੋਜੀ ਦੇ ਬੰਦਿਆਂ ਨੇ ਅਸੈਸੀਨੇਟ ਕੀਤਾ ਔਰ ਉਹ ਬੰਦੇ ਵੀ ਜਿਹੜੇ ਆ ਰਿਹਾ ਕਰ ਦਿੱਤੇ ਸੀ। 2 ਬੰਦਿਆਂ ਨੂੰ ਫਾਂਸੀ ਮਿਲੀ, 2 ਬੰਦਿਆਂ ਨੂੰ ਥੋੜੀ ਜੀ ਸਜ਼ਾ ਦੇ ਕੇ ਰਿਹਾ ਕਰ ਦਿੱਤਾ ਗਿਆ। ਇਹ ਉਹ ਮੁਲਕ ਆ ਔਰ ਉਸ ਮੁਲਕ ਉਸ ਜਗ੍ਹਾ 'ਚ ਗੁਜਰਾਤ ਦੀ ਸਟੇਟ 'ਚ ਸ਼ਰਾਬ ਬੰਦ ਆ। ਜਦੋਂ ਅਸੀਂ ਇਹ ਕਹਿੰਦੇ ਆ ਕਿ ਅੰਮ੍ਰਿਤਸਰ ਇੱਕ ਪਵਿੱਤਰ ਸ਼ਹਿਰ ਆ, ਪਰ ਇੱਥੇ ਕੋਈ ਜਿਹੜਾ ਸ਼ਰਾਬ ਤੇ ਨਸ਼ੇ ਤੇ ਕੋਈ ਪਾਬੰਦੀ ਨਹੀਂ ਹੈ। ਇਹ ਗੱਲ ਤੁਸੀਂ ਅੱਜ ਕਹਿ ਕੇ ਦੇਖੋ, ਤੁਹਾਨੂੰ ਕਹਿਣਗੇ ਜੀ ਇਹ ਜਿਹੜੇ ਖਾਲਿਸਤਾਨੀ ਨੇ, ਇਹ ਜਿਹੜੇ ਵੱਖਵਾਦੀ ਨੇ। ਸੋ ਜਦੋਂ ਸਿੱਖ ਆਪਣਾ ਹੱਕ ਮੰਗਦਾ ਉਦੋਂ ਇਹਨਾਂ ਨੂੰ ਟੈਰੋਰਿਸਟ ਲੱਗਣ ਲੱਗ ਜਾਂਦਾ। ਇੱਕ ਜਿਹੜੀ ਤੁਸੀਂ ਗੱਲ ਕੀਤੀ ਹੈ ਪਵਿੱਤਰ ਨਗਰੀ ਦੀ, ਮੈਨੂੰ ਲੱਗਦਾ ਕਿ ਤੁਹਾਨੂੰ ਲੱਗਦਾ ਕਿ ਸਟੇਟ ਜਿਹੜੀ ਆ ਪਵਿੱਤਰ ਨਗਰੀ ਇਹਨੂੰ ਡਿਕਲੇਅਰ ਕਰਨ ਵਾਸਤੇ, ਕਿਉਂਕਿ ਇਹ ਕੇਂਦਰ ਦਾ ਜਿਹੜਾ ਇਸ਼ੂ ਹੈ, ਕੇਂਦਰ ਨੇ ਇਹ ਕੰਮ ਕਰਨਾ ਹੈ, ਸਟੇਟ ਲੇਕਿਨ ਮੈਂ ਤੁਹਾਨੂੰ ਲੱਗਦਾ ਕਿ ਪੈਰਵਾਈ ਉਸ ਹਿਸਾਬ ਨਾਲ ਨਹੀਂ ਕਰ ਪਾਈ ਹੁਣ ਤੱਕ ਕਿ ਜਿਹਦੇ ਤੱਕ ਕਰਨੀ ਚਾਹੀਦੀ ਸੀ, ਜਿਹਦੇ ਨਾਲ ਕਿ ਅੰਮ੍ਰਿਤਸਰ ਨੂੰ ਇੱਕ ਪਵਿੱਤਰ ਨਗਰੀ ਦਾ ਦਰਜਾ ਦਿੱਤਾ ਜਾ ਸਕੇ। ਇਹ ਕੋਈ ਕਹਿਣ ਵਾਲੀ ਗੱਲ ਨਹੀਂ ਹੈ, ਇਹ ਸਾਰੀ ਦੁਨੀਆ ਨੂੰ ਪਤਾ, ਜਿੱਥੇ ਰੋਜ਼ ਦਾ 1 ਤੋਂ 1.25 ਲੱਖ ਸ਼ਰਧਾਲੂ ਪਹੁੰਚ ਰਿਹਾ, ਤੇ ਇਹ ਕੋਈ ਮੇਰੇ ਖਿਆਲ ਅੱਖੋਂ ਪਰੋਖੇ ਕਰਨ ਵਾਲੀ ਗੱਲ ਹੀ ਨਹੀਂ। ਇਹਦੇ ਵਿੱਚ ਕੋਈ ਪ੍ਰੂਫ ਦੀ ਲੋੜ ਨਹੀਂ ਹੈ, ਇਹ 'ਚ ਕੋਈ ਗੱਲ ਕਰਨ ਦੀ ਜ਼ਰੂਰਤ ਨਹੀਂ। ਮੈਨੂੰ ਲੱਗਦਾ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਦੁਕਾਨਾਂ ਹੈਗੀਆਂ ਜਿਨ੍ਹਾਂ ਕਿ ਹਾਲੇ ਮਤਲਬ ਬੰਦ ਕਰਵਾਉਣ ਦੀ ਜ਼ਰੂਰਤ। ਦੇਖੋ ਇਹ ਗੱਲ ਬੜੀ ਇਖਲਾਕ ਦੀ ਆ, ਜਿਹੜਾ ਵੀ ਇੱਥੇ ਰਾਜ ਕਰਨ ਵਾਲੀ ਧਿਰ ਪੰਜਾਬ 'ਚ ਆਉਂਦੀ ਆ ਉਹ ਸਾਰੀਆਂ ਗੱਲਾਂ ਭੁੱਲ ਜਾਂਦੀ, ਉਹ ਸਿਰਫ ਲੁੱਟ ਖਸੁੱਟ ਵੱਲ ਪੈ ਜਾਂਦੀ ਆ। ਆਇਆ ਅੱਜ ਡਿਕਲੇਅਰ ਕਰਨ ਦੇ ਨਾਲ ਤੇ ਕਾਗਜ਼ਾਂ 'ਚ ਤੇ ਕੋਈ ਐਡੀ ਪ੍ਰੋਬਲਮ ਨਹੀਂ ਆ ਨਾ ਕਿ ਉੱਥੋਂ ਪ੍ਰਵਾਨਗੀ ਲੈਣੀ ਆ। ਅੱਜ ਸਟੇਟ ਚਾਹੇ ਕਿ ਇੱਥੇ ਅਸੀਂ ਨਾ ਸ਼ਰਾਬ ਵਿਕਣ ਦੇਣੀ ਆ ਨਾ ਤੰਬਾਕੂ ਵਿਕਣ ਦੇਣਾ, ਬਣ ਗਿਆ ਪਵਿੱਤਰ, ਸਾਰੀ ਗੱਲ ਖਤਮ ਹੋ ਸਕਦੀ ਆ। ਗੱਲ ਇਖਲਾਕ ਦੀ ਆ, ਗੱਲ ਨੀਅਤ ਦੀ ਆ, ਕਰਨਾ ਕੋਈ ਚਾਹੁੰਦਾ। ਵੈਸੇ ਤੇ ਹੋਣਾ ਤੇ ਇਦਾਂ ਚਾਹੀਦਾ ਕਿ ਪੂਰੇ ਪੰਜਾਬ ਦੇ ਵਿੱਚੋਂ ਹੀ ਤੰਬਾਕੂ ਸ਼ਰਾਬ ਬੈਨ ਕਰ ਦੇਣਾ ਚਾਹੀਦਾ। ਪੂਰਾ ਪੰਜਾਬ ਹੀ ਗੁਰੂਆਂ ਦਾ ਨਾਂ ਤੇ ਵਸਦਾ ਹੈ, ਗੁਰੂਆਂ ਦੀ ਧਰਤੀ ਆ, ਪਰ ਕੋਈ ਜਲੀਲ ਕੀਤਾ ਜਾ ਰਿਹਾ ਹੈ ਕਿ ਜਿਹੜੀ ਇੱਕ ਛੋਟੇ ਜਿਹੇ ਸ਼ਹਿਰ ਨੂੰ ਹੀ ਨਹੀਂ ਦਰਜਾ ਦਿੱਤਾ ਜਾ ਰਿਹਾ। ਅਨੰਦਪੁਰ ਸਾਹਿਬ ਖਾਲਸੇ ਦੀ ਜਿਹੜੀ ਜਨਮ ਭੂਮੀ ਆ, ਉੱਥੇ ਵੀ ਸਾਰਾ ਕੁਝ ਜਿਹੜਾ ਤੰਬਾਕੂ ਸ਼ਰੇਆਮ ਵਿਕਦਾ, ਨਸ਼ਾ ਸ਼ਰੇਆਮ ਵਿਕਦਾ, ਸ਼ਰਾਬ ਜਿਹੜਾ ਉਹਦੀ ਤੇ ਮੰਦਭਾਗੀ ਘਟਨਾਵਾਂ ਵੀ ਹੁਣ ਵੇਖਣ ਨੂੰ ਮਿਲੀਆਂ। ਖਾਲਸੇ ਦੀ ਧਰਤੀ ਤੋਂ ਖਾਲਸੇ ਦੀਆਂ ਲਾਸ਼ਾਂ ਆਉਣ ਲੱਗ ਗਈਆਂ ਨੇ, ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਆ। ਹੁੱਲੜਬਾਜੀ ਇੱਥੇ ਤੱਕ ਚਲੀ ਗਈ ਆ, ਮਤਲਬ ਕਿ ਲਾਅ ਐਂਡ ਆਰਡਰ ਸਿਚੁਏਸ਼ਨ ਜਿਹੜੀ ਸਿਸਟਮ ਐਡਮਿਨਿਸਟ੍ਰੇਟਿਵ ਇੱਥੇ ਫੇਲ ਹੋ ਚੁੱਕਿਆ। ਇੱਥੋਂ ਇਸੇ ਕਰਕੇ ਅਸੀਂ ਰੌਲਾ ਪਾ ਰਹੇ ਹਾਂ ਕਿ ਜਿੱਦਾਂ ਪੰਜਾਬ ਦੇ ਵਿੱਚ ਮਾੜਾ ਹਾਲ ਹੈ, ਇੱਦਾਂ ਹਿੰਦੁਸਤਾਨ ਦਾ ਕੋਈ ਐਸਾ ਪਾਰਟ ਨਹੀਂ ਹੈ ਜਿੱਥੇ ਕੋਈ ਟੈਨਸ਼ਨ ਨਹੀਂ ਹੈਗੀ। ਝਾਰਖੰਡ ਦੇ ਵਿੱਚ ਆਪਣੀ ਲੜਾਈ ਲੜੀ ਜਾ ਰਹੀ ਆ ਨਕਸਲਵਾਦੀਆਂ ਦੀ, ਨਾਗਾਲੈਂਡ ਆਪਣੀ ਉਹ ਮੁਹਿੰਮ ਚਲਾਈ ਫਿਰਦੇ ਨੇ, ਜੰਮੂ ਕਸ਼ਮੀਰ 'ਚ ਅਨਰੈਸਟ ਹੈਗੀ ਆ, ਉੱਥੇ ਪੀਸ ਨਹੀਂ ਹੈਗੀ। ਹਰ ਜਗ੍ਹਾ ਕੋਈ ਨਾ ਕੋਈ ਮੁਸ਼ਕਿਲ ਹੈਗੀ ਆ। ਇਸ ਕਰਕੇ ਮੁਸ਼ਕਿਲ ਹੈਗੀ ਆ ਕਿਉਂਕਿ ਇੱਥੇ ਦਬਾਇਆ ਜਾ ਰਿਹਾ, ਧੱਕੇ ਦੇ ਨਾਲ ਰਾਜ ਕਰਨ ਦੀ ਗੱਲ ਆ ਰਹੀ ਆ। ਇੱਥੇ ਬੇਅਦਬੀ ਦੀ ਗੱਲ ਕਰੀਏ ਤੇ ਅੱਜ ਜਿਹੜੀ ਸਰਕਾਰ ਵੱਲੋਂ ਚਾਰਜ ਸ਼ੀਟ ਜਿਹੜੀ ਦਾਇਰ ਕੀਤੀ ਗਈ ਸੀ, ਉਹਦੇ ਮੁਤਾਬਕ ਅੱਜ ਅਦਾਲਤ ਨੇ ਐਂਟੀਸਪੇਟਰੀ ਬੇਲਸ ਦਿੱਤੀਆਂ। ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜਾ ਉਤੋਂ ਮੇਰੇ ਖਿਆਲ ਕਰ ਦਿੱਤਾ ਗਿਆ ਤੇ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਐਂਟੀਸਪੇਟਰੀ ਬੇਲ ਜਿਹੜੀ ਆ ਉਹ ਗ੍ਰਾਂਟ ਕੀਤੀ ਗਈ ਹੈ। ਇਹਨੂੰ ਕਿਸ ਤਰ੍ਹਾਂ ਵੇਖਦੇ ਹੋ ਸਾਰੇ ਘਟਨਾਕ੍ਰਮ ਨੂੰ ਐਜ਼ ਏ ਐਡਵੋਕੇਟ? ਦੇਖੋ ਇੱਕ ਬੜੀ ਕਮਾਲ ਦੀ ਗੱਲ ਹੈ ਕਿ 307 ਦੇ ਮੁਕੱਦਮੇ 'ਚ ਐਂਟੀਸਪੇਟਰੀ ਬੇਲ ਮਿਲ ਜਾਣਾ। ਹਾਲਾਂਕਿ ਇੱਦਾਂ ਦੇ ਕੇਸਿਸ ਨੇ, 326 ਇੱਕ ਸੀਰੀਅਸ ਆਫੈਂਸ ਤੇ ਹੁੰਦਾ, ਪਰ ਉਹਦੀ ਗ੍ਰੈਵਿਟੀ 307 ਦੇ ਬਰਾਬਰ ਬੜੀ ਘੱਟ ਹੈਗੀ ਆ। 326 'ਚ ਐਂਟੀਸਪੇਟਰੀ ਨਹੀਂ ਮਿਲਦੀ, ਪਰ ਜਦੋਂ ਪੋਲੀਟੀਸ਼ੀਅਨਸ ਦੀ ਜਾਂ ਹਾਈ ਅਪਸ ਦੀ ਗੱਲ ਆਉਂਦੀ ਆ ਉਦੋਂ ਉਹ 302 'ਚ ਵੀ ਜ਼ਮਾਨਤ ਲੈ ਜਾਂਦੇ ਨੇ। ਇਹ ਸਾਡਾ ਇੱਕ ਬੈਡ ਲੱਕ ਆ ਕਿ ਸਾਡੀ ਕੰਟਰੀ ਡੈਮੋਕ੍ਰੈਟਿਕ ਹੋਣ ਦੇ ਬਾਵਜੂਦ ਵੀ ਇੱਥੇ ਰੂਲ ਆਫ ਸੁਸਾਇਟੀ ਦੀ ਗੱਲ ਨਹੀਂ ਹੋ ਰਹੀ, ਇੱਥੇ ਕਾਨੂੰਨ ਦੀ ਕੋਈ ਮਾਨਤਾ ਨਹੀਂ ਆ। ਜੇ ਜੁਡੀਸ਼ਰੀ ਆ
ਆਪ ਜਿਹੜੇ ਐਕਸ CGI ਨੇ ਰਾਜਨ ਗਗੋਈ ਜਿਹੜਾ ਇਥੋਂ ਚੀਫ ਜਸਟਿਸ ਰਿਟਾਇਰ ਹੋ ਕੇ ਤੇ ਉਹ ਰਾਜ ਸਭਾ ਮੈਂਬਰ ਬਣ ਜਾਂਦੇ ਨੇ ਰਾਤੋਂ ਰਾਤ ਹੀ। ਉਹ ਖੁਦ ਕਹਿ ਕੇ ਗਏ ਨੇ ਕਿ ਸਾਡੀ ਇੰਡੀਅਨ ਜੁਡੀਸ਼ਰੀ ਰਮਸ਼ੈਕਲ ਕਰ ਗਈ ਆ, ਹਿਲ ਗਈ ਆ। ਤੇ ਕੀ ਅਸੀਂ ਪਹਿਲੀ ਵਾਰੀ ਵੇਖਣ ਨੂੰ ਮਿਲਿਆ ਕਿ ਜਿਹਦੇ ਚ ਐਕਸ ਜੱਜਿਸ ਇਕੱਠੇ ਹੋ ਕੇ ਪ੍ਰੈਸ ਦੇ ਸਾਹਮਣੇ ਆਏ ਨੇ ਸਰ। ਹਾਂ, ਮਤਲਬ ਕਿ ਇੱਥੋਂ ਪਤਾ ਲੱਗਦਾ ਕਿ ਸਾਡੀ ਜੁਡੀਸ਼ਰੀ 'ਚ ਕਰਪਸ਼ਨ ਕਿੰਨੀ ਆ, ਕਿੱਡਾ ਵੱਡਾ ਇਨਫਲੂਐਂਸ ਹੈਗਾ ਜਿਹੜਾ ਜੱਜਿਸ ਤੇ ਪੋਲੀਟੀਕਲ ਪ੍ਰੈਸ਼ਰ ਹੈਗਾ। ਸੋ ਇਹ ਸਾਰੀਆਂ ਗੱਲਾਂ ਇਹਨੂੰ ਠੀਕ ਕਿਵੇਂ ਕੀਤਾ ਜਾ ਸਕਦਾ ਹੈ? ਸਾਰੀਆਂ ਗੱਲਾਂ ਮੰਨਣਯੋਗ ਨੇ, ਸਾਰੀਆਂ ਗੱਲਾਂ ਸਾਰਿਆਂ ਨੂੰ ਪਤਾ ਨੇ, ਪਰ ਇਹ ਠੀਕ ਕਿਸ ਤਰ੍ਹਾਂ ਹੋ ਸਕਦਾ? ਠੀਕ ਉਹਦਾ ਰਾਹ ਦੱਸ ਰਹੇ ਹਾਂ ਅਸੀਂ। ਜਿਹੜੇ ਮੁਲਕ ਆਏ ਨੇ ਇਹ ਕਿਉਂ ਠੀਕ ਚੱਲ ਰਹੇ ਨੇ? ਸਿੰਗਾਪੁਰ, ਥਾਈਲੈਂਡ, ਇਹ ਸਾਡੇ ਤੋਂ ਬਾਅਦ ਆਜ਼ਾਦ ਹੋਏ ਨੇ, ਉਹ ਠੀਕ ਖੁਸ਼ਹਾਲ ਚੱਲ ਰਹੇ ਨੇ। ਇੱਕੋ ਹੀ ਇੱਕ ਕਾਰਨ ਆ, ਜੇ ਇਸ ਮੁਲਕ ਨੇ ਸੰਵਿਧਾਨ ਅਡਾਪਟ ਕੀਤਾ ਉਹਨੂੰ ਇਨ ਬਿਨ ਮੰਨੋ, ਰੂਲ ਆਫ ਲਾ ਨੂੰ ਮੰਨੋ, ਹਰ ਗੱਲ ਕਾਨੂੰਨ ਦੇ ਨਾਲ ਚੱਲੇਗੀ, ਡਿਸਕ੍ਰਿਮੀਨੇਸ਼ਨ ਨਾ ਕਰੋ। ਜੇ ਰਾਜੀਵ ਗਾਂਧੀ ਦੇ ਕਾਤਲਾਂ ਲਈ ਆਰਟੀਕਲ 72 ਪ੍ਰੈਜ਼ੀਡੈਂਟ ਵਰਤ ਸਕਦਾ ਤੇ ਸਿੱਖਾਂ ਲਈ ਵੀ ਵਰਤਿਆ ਜਾਵੇ, ਮੁਸਲਮਾਨਾਂ ਲਈ ਵੀ ਵਰਤਿਆ ਜਾਵੇ। ਜਿੰਨੇ ਰਾਈਟਸ ਨੇ ਲੋਕਾਂ ਦੇ ਉਹ ਬਰਾਬਰ ਦਿੱਤੇ ਜਾਣ। ਹਾਲਾਂਕਿ ਸਾਡਾ ਜਿਹੜਾ ਕਨਸਟੀਟਿਊਸ਼ਨ ਆ ਰਾਈਟ ਟੂ ਇਕੁਐਲਿਟੀ ਦੀ ਗੱਲ ਕਰਦਾ, ਪਰ ਮੰਨੇ ਕੌਣ? ਜਿਹੜਾ ਰਾਜ ਕਰਨ ਵਾਲੀ ਧਿਰ ਉਹ ਆਪਣੀ ਚਮਦੀਆਂ ਚਲਾਉਂਦੇ ਆ। ਲਾਰੈਂਸ ਬਿਸ਼ਨੋਈ ਦਾ ਇੱਕ ਐਜ਼ ਐਨ ਐਡਵੋਕੇਟ ਮੈਂ ਪੁੱਛਣਾ ਚਾਹਾਂਗਾ, ਇੱਕ ਇੰਟਰਵਿਊ ਸਾਹਮਣੇ ਆਉਂਦਾ, ਪੰਜਾਬ ਸਰਕਾਰ ਕਹਿੰਦੀ ਹੈ ਕਿ ਸਾਡੇ ਇੱਥੇ ਨਹੀਂ ਹੋਇਆ, ਪੰਜਾਬ 'ਚ ਬਾਹਰ ਹੋਇਆ ਹੈਗਾ ਕਿਤੇ। ਕਿ ਤੁਹਾਨੂੰ ਇਹ ਲੱਗ ਕੀ ਰਿਹਾ ਕਿ ਕਿਉਂ ਇਸ ਤੋਂ ਪਹਿਲੇ ਵਿਧਾਨ ਸਭਾ ਦੇ ਵਿੱਚ ਧਰਨਾ ਦਿੱਤਾ ਜਾਂਦਾ ਸਰਦਾਰ ਬਲਕੌਰ ਸਿੰਘ ਵੱਲੋਂ, ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ, ਔਰ ਇੱਥੇ ਸਿੱਧਾ ਐਡਮਿਟ ਕਰ ਰਿਹਾ ਕਿ ਹਾਂ ਮੈਂ ਇਨਵੋਲਵ ਸੀਗਾ, ਉਹਨੇ ਜਿਹੜਾ ਮਿੱਡੂ ਖੇੜੇ ਨੂੰ ਜਿਹੜਾ ਮਰਵਾਇਆ ਸੀ, ਉਸ ਤੋਂ ਬਾਅਦ ਮੈਂ ਜਿਹੜਾ ਹੈਗਾ ਉਹਨੂੰ ਮਰਵਾਇਆ, ਔਰ ਫਲਾਣੇ ਦਾ ਨਾਂ ਲੈ ਰਿਹਾ। ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਮਤਲਬ ਇਹ ਇੱਕ ਖੇਡ ਕਰਾਈ ਜਾ ਰਹੀ ਹੈ ਜਾਂ ਇਹਨੂੰ ਕਿਸ ਤਰ੍ਹਾਂ ਦੇਖੋ ਇਹ ਬੜੀ ਅਨਫੋਰਚੂਨੇਟ ਆ। ਮੈਂ ਦੁਬਾਰਾ ਬੇਨਤੀ ਕਰ ਰਿਹਾ ਕਿ ਸਾਡਾ ਸਿਸਟਮ ਜਿਹੜਾ ਹੈ ਹਿੰਦੁਸਤਾਨ ਦਾ ਉਹ ਬ੍ਰੇਕ ਹੋ ਗਿਆ। ਇੱਥੇ ਕੋਈ ਕਾਨੂੰਨ, ਕੋਈ ਦਲੀਲ, ਕੋਈ ਅਪੀਲ, ਮਤਲਬ ਕਿ ਸੁਪਰੀਮ ਕੋਰਟ ਤੱਕ, ਇੱਥੇ ਤੱਕ ਲੋਕਾਂ ਦੇ ਮਨ 'ਚ ਧਰਵਾਸ ਆ ਗਈ ਆ ਕਿ ਸੁਪਰੀਮ ਕੋਰਟ ਵੀ ਇੱਕ ਫਿਰਕੇ ਨੂੰ ਬਿਲੋਂਗ ਕਰਦੀ ਹੈ। ਜਦੋਂ ਅਯੋਧਿਆ ਦਾ ਰਾਤ 2:30 ਵਜੇ ਫੈਸਲਾ ਕਰਾਉਂਦੇ ਆ ਤੇ ਮੁਸਲਮਾਨਾਂ 'ਚ ਤੇ ਮਿਨੋਰਿਟੀ 'ਚ ਇਹ ਗੱਲ ਹੈ ਕਿ ਇਹ ਧੱਕਾ ਕੀਤਾ ਗਿਆ। ਸੋ ਇੱਦਾਂ ਦੀ ਜਦੋਂ ਸਿਸਟਮ ਚੱਲ ਰਿਹਾ ਹੈ, ਹਾਈ ਜਿਹੜੀ ਐਪਲੈਂਟ ਅਥਾਰਟੀਜ਼ ਨੇ ਉਹ ਗਲਤ ਬੰਨੇ ਤੁਰ ਪਈਆਂ ਨੇ, ਕੋਈ ਕਾਨੂੰਨ ਦੀ ਗੱਲ ਨਹੀਂ ਕਰਦਾ। ਲਾਰੈਂਸ ਬਿਸ਼ਨੋਈ ਜਿਹੜਾ ਇੱਕ ਜੇਲ੍ਹ 'ਚ ਬੈਠੋਂ ਵੀਡੀਓ ਫਲੋਟ ਕਰਦਾ, ਉਹ ਲੱਖਾਂ ਲੋਕ ਦੇਖ ਰਹੇ ਆ, ਔਰ ਉਹ ਸ਼ਰੇਆਮ ਇਹ ਗੱਲ ਕਹਿੰਦਾ ਕਿ ਅਸੀਂ ਮਰਵਾਇਆ, ਔਰ ਮੇਰੀ ਗੈਂਗ ਜਿਹੜੇ ਬਾਹਰ ਬੈਠੇ ਬੰਦੇ ਚਲਾ ਰਹੇ ਨੇ। ਸੋ ਇਹ ਗੱਲਾਂ ਬੜੀਆਂ ਅਜੀਬ ਆ ਕਿ ਜੇਲ੍ਹ ਦੇ ਵਿੱਚ ਜਿਹੜੇ ਨਾਰਮਲ ਕੈਦੀ ਨੇ ਉਹਨਾਂ ਨੂੰ ਜਿਹੜੀ ਉਹਨਾਂ ਦੀ ਟੈਲੀਫੋਨਿਕ ਜਿਹੜੀ ਸੁਵਿਧਾ ਹੈ, ਲੀਗਲ ਰਾਈਟਸ ਨੇ। ਜਗਤਾਰ ਸਿੰਘ ਹਵਾਰਾ 10 ਲੱਖ ਦੇ ਚੁਣੇ ਹੋਇਆ ਸਰਬੱਤ ਖਾਲਸੇ ਦਾ ਜਥੇਦਾਰ ਆ, ਲੋਕ ਉਹਨੂੰ ਜਥੇਦਾਰ ਮੰਨਦੇ ਆ, ਉਸ ਜਥੇਦਾਰ ਨੂੰ ਟੈਲੀਫੋਨ ਦੀ ਸੁਵਿਧਾ ਨਹੀਂ ਦਿੱਤੀ ਜਾ ਰਹੀ। ਉਹ 5 ਮਿੰਟ ਇੱਕ ਹਫ਼ਤੇ 'ਚ ਮਿਲਦੇ, ਉਹ ਨਹੀਂ ਮਿਲਦੇ। ਪਰ ਦੂਜੇ ਬੰਨੇ ਕੰਟਰੈਰੀ ਲਾਰੈਂਸ ਬਿਸ਼ਨੋਈ ਵਰਗੇ ਇੰਟਰਵਿਊਜ਼ ਕਰ ਰਹੇ ਨੇ। ਕਮਾਲ ਦੀ ਗੱਲ ਆ, ਇੱਕ ਜੇਲ੍ਹ ਦੇ ਵਿੱਚ ਮਤਲਬ ਕਿ ਫੋਨ ਕਿੱਦਾਂ ਚਲੇ ਜਾਂਦੇ ਨੇ, ਕਿੱਦਾਂ ਉੱਥੇ ਡਰੱਗ ਚਲੀ ਜਾਂਦੀ ਹੈ, ਕਿੱਦਾਂ ਉਹ ਇੰਸਟਰਕਸ਼ਨਸ ਦੇ ਦਿੰਦੇ ਨੇ ਵੀ ਆਹ ਬੰਦੇ ਨੂੰ ਐਲੀਮੀਨੇਟ ਕਰ ਦਿਓ, ਇਹਨੂੰ ਮਾਰ ਦਿਓ, ਇਹਨੂੰ ਚੁੱਕ ਲਓ, ਇਹਦੇ ਕੋਲ ਪੈਸੇ ਲੈ ਲਓ। ਇਹ ਸਾਰੀਆਂ ਗੱਲਾਂ ਫੇਲੀਅਰ ਆਫ ਲਾਅ ਹੈ, ਫੇਲੀਅਰ ਆਫ ਸਿਸਟਮ ਆ। ਕੰਟਰੀ ਨੂੰ ਇਹਦੇ ਤੇ ਪਰਦਾ ਨਹੀਂ ਪਾਉਣਾ ਚਾਹੀਦਾ। ਕੁਝ ਲੋਕ ਅੱਜ ਇਹ ਕਹਿਣਗੇ ਕਿ G20 ਦੇ ਲੋਕਾਂ ਨੂੰ ਜਿਹੜਾ ਮੈਮੋਰੈਂਡਮ ਭੇਜਿਆ ਉਹ ਇੰਡੀਆ ਨੂੰ ਡਾਊਨ ਕਰਨ ਲਈ ਭੇਜਿਆ। ਇੰਡੀਆ ਨੂੰ ਡਾਊਨ ਕਰਨ ਲਈ ਨਹੀਂ ਭੇਜਿਆ, ਅਸੀਂ ਉਹਨਾਂ ਦੀਆਂ ਕਮੀਆਂ ਨੂੰ ਦੂਰ ਕਰਨ ਲਈ ਭੇਜਿਆ ਕਿ ਸ਼ਾਇਦ ਉਹ ਇਹ ਮਹਿਸੂਸ ਕਰਨ ਕਿ ਇਹ ਕਮੀਆਂ ਸਾਨੂੰ ਦੂਰ ਕਰਨੀਆਂ ਚਾਹੀਦੀਆਂ, ਨਹੀਂ ਤੇ ਮੁਲਕ ਤਬਾਹ ਹੋ ਜਾਏਗਾ। ਇੱਕ ਇੰਟਰਨੈਸ਼ਨਲ ਲੈਵਲ ਦੇ ਉੱਤੇ ਗੱਲ ਆਪਣੀ ਪਛਾਣ ਦਾ ਮੇਰੇ ਖਿਆਲ ਇੱਕ ਜ਼ਰੀਆ। ਹਾਂ, ਬਹੁਤ ਵਧੀਆ, ਅੱਛਾ ਜ਼ਰੀਆ। ਇੱਕ ਲੋਕਲ ਜਿਹੜਾ ਸਾਨੂੰ ਅੰਮ੍ਰਿਤਸਰ ਦੇ ਵਿੱਚ ਮੌਕਾ ਮਿਲਿਆ ਕਿ ਜਿੱਥੇ 20 ਮੁਲਕਾਂ ਦੇ ਨੁਮਾਇੰਦੇ ਇਕੱਠੇ ਹੋ ਰਹੇ ਨੇ, ਇਸ ਤੋਂ ਵਧੀਆ ਅਫੀਸ਼ੀਅਸ ਵੇ ਕੀ ਹੋ ਸਕਦਾ ਕਿ ਅਸੀਂ ਉਹਨਾਂ ਤੱਕ ਆਪਣੀ ਆਵਾਜ਼ ਪਹੁੰਚਾ ਦਈਏ। ਔਰ ਸੁਹਿਰਦ ਆਦਮੀ ਉਹ ਹੀ ਆ ਕਿ ਜਿਹੜਾ ਆਪਣੀਆਂ ਪ੍ਰੋਬਲਮਸ ਨੂੰ ਦੱਸੇ ਤੇ ਉਹਨੂੰ ਠੀਕ ਕਰੇ। ਜੇ ਅਗਰ ਮੇਰੇ ਬੱਚੇ 'ਚ ਜਾਂ ਕਿਸੇ ਪਰਿਵਾਰ 'ਚ ਕੋਈ ਪ੍ਰੋਬਲਮ ਆ, ਮੈਂ ਉਹਦੇ ਤੇ ਪਰਦੇ ਪਾਵਾਂਗਾ, ਉਹ ਹੋਰ ਖਰਾਬ ਹੋਏਗਾ। ਮੁਲਕ ਵੀ ਸਾਡਾ ਹੈ, ਜੇ ਮੁਲਕ 'ਚ ਕੋਈ ਖਰਾਬੀਆਂ ਇਹਨੂੰ ਜਗ ਜ਼ਾਹਰ ਕਰਕੇ ਇਹਨੂੰ ਕਿਉਰ ਕਰਨਾ ਚਾਹੀਦਾ, ਠੀਕ ਕਰਨਾ ਚਾਹੀਦਾ, ਤਾਂ ਹੀ ਮੁਲਕ ਬਚੇਗਾ। ਜੇ ਤੇ ਪਰਦੇ ਪਾਵਾਂਗੇ ਇਹਦੀਆਂ ਗਲਤੀਆਂ ਤੇ ਇਹ ਬ੍ਰੇਕ ਹੋ ਜਾਏਗਾ। ਤੁਹਾਨੂੰ ਲੱਗਦਾ ਇਹਦਾ ਅਸਰ ਹੋਏਗਾ, ਜਿਹੜਾ ਮੈਮੋਰੈਂਡਮ ਦਿੱਤਾ ਪਹੁੰਚੇਗਾ? ਕੁਦਰਤੀ ਇਹ ਹੁਣ ਜਦੋਂ ਇੱਕ ਅਥਾਰਟੀਜ਼ ਨੂੰ ਆਪਾਂ ਮੈਮੋਰੈਂਡਮ ਦਿੰਦੇ ਆ, ਉਹਦਾ ਕੋਈ ਨਾ ਕੋਈ ਪ੍ਰਭਾਵ ਪੈਂਦਾ। ਤੁਹਾਡੇ ਮੀਡੀਆ ਰਾਹੀਂ ਕਾਫੀ ਇਹ ਪ੍ਰਭਾਵ ਪਏਗਾ, ਜ਼ਰੂਰ ਕੋਈ ਨਾ ਕੋਈ ਇਹਦਾ ਫਰਕ ਪਏਗਾ। ਸਾਡੇ ਨਾਲ ਮੌਜੂਦ ਨੇ ਕੌਮੀ ਸਾਫ਼ ਮੋਰਚਾ ਦੇ ਬੁਲਾਰੇ ਜਸਵਿੰਦਰ ਸਿੰਘ ਰਾਜਪੁਰਾ, ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕਿ ਮੋਰਚੇ ਦੀ ਇਸ ਵੇਲੇ ਕਿਸ ਤਰ੍ਹਾਂ ਦੀ ਚੜ੍ਹਦੀ ਕਲਾ ਦੀ ਗੱਲ ਚੱਲ ਰਹੀ ਹੈ ਤੇ ਹੁਣ ਅੱਗੇ ਜਿਹੜੀ ਕੀ ਵਿਉਂਤਬੰਦੀ ਕੀਤੀ ਗਈ ਹੈ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ, ਸ਼ੁਰੂ ਤੋਂ ਲੈ ਕੇ ਹੁਣ ਤੱਕ ਮੋਰਚੇ ਦੀ ਕਿਸ ਤਰ੍ਹਾਂ ਜਿਹੜੀਆਂ ਗਤੀਵਿਧੀਆਂ ਰਹੀਆਂ ਨੇ ਤੇ ਹੁਣ ਇਸ ਵੇਲੇ ਮੋਰਚਾ ਕਿਹੜੇ ਸਟੇਜ ਤੇ ਆ? ਦੇਖੋ ਜੀ, ਮੋਰਚੇ ਦੀ ਗਤੀਵਿਧੀਆਂ ਬਹੁਤ ਵਧੀਆ ਰਹੀਆਂ ਨੇ।
ਦਿਨੋਂ ਦਿਨ ਜਿਹੜਾ ਮੋਰਚਾ ਉਹ ਚੜ੍ਹਦੀ ਕਲਾ ਦੇ ਵਿੱਚ ਜਾ ਰਿਹਾ। ਉੱਥੇ ਬਹੁਤ ਵੱਡੀ ਗਿਣਤੀ ਜੋ ਰੋਜ਼ਾਨਾ ਜਿਹੜੀ ਸਿੱਖ ਸੰਗਤ ਹੈ ਉਹ ਪਹੁੰਚ ਰਹੀ ਹੈ। ਪੰਜਾਬ ਦਾ ਹਰ ਇੱਕ ਵਰਗ, ਹਰ ਇੱਕ ਭਾਈਚਾਰਾ ਉੱਥੇ ਹਾਜ਼ਰੀ ਲਵਾਉਣ ਲਈ ਆ ਰਿਹਾ। ਕਿਤੇ ਵਿਕਲਾਂਗ ਜਿਹੜੇ ਭਰਾ ਨੇ ਸਾਡੇ ਉਹ ਪਹੁੰਚ ਰਹੇ ਨੇ, ਕਿਤੇ ਜਿਹੜੇ ਸੂਰਮੇ ਸਿੰਘ ਨੇ ਜਿਨ੍ਹਾਂ ਨੂੰ ਅੱਖਾਂ ਦੀ ਰੋਸ਼ਨੀ ਨਹੀਂ ਉਹ ਵੀ ਤੱਕ ਇੱਥੇ ਪਹੁੰਚ ਰਹੇ ਨੇ, ਹਾਜ਼ਰੀਆਂ ਲਵਾ ਰਹੇ ਨੇ। ਕਵੀ ਵੀਰ ਆ ਰਹੇ ਨੇ, ਪੱਤਰਕਾਰ ਆ ਰਹੇ ਨੇ, ਲੇਖਕ ਆ ਰਹੇ ਨੇ, ਵਕੀਲ ਆ ਰਹੇ ਨੇ। ਸੋ ਪੰਜਾਬ ਦਾ ਉਹ ਹਰ ਵਿਅਕਤੀ ਉੱਥੇ ਆ ਰਿਹਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਜਦਾ ਕਰਦਾ, ਕਿਉਂਕਿ ਇੱਥੇ ਬੇਅਦਬੀਆਂ ਦੀ ਗੱਲ ਹੈ, ਬੰਦੀ ਸਿੰਘਾਂ ਦੀ ਗੱਲ ਹੈ, ਬਾਈਬਲ ਕਲਾਂ ਗੋਲੀकांड ਦੀ ਗੱਲ ਹੈ। ਸੋ ਇੱਥੇ ਹਰ ਵਰਗ ਮੋਰਚੇ ਦੇ ਵਿੱਚ ਹਾਜ਼ਰੀ ਲਵਾ ਰਿਹਾ। ਕੁਝ ਪਿੱਛੇ ਘਟਨਾਵਾਂ ਹੋਈਆਂ ਸੀਗੀਆਂ ਔਰ ਇੱਕ ਭਾਈ ਗੁਰਦੀਪ ਸਿੰਘ ਖੇੜਾ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੇ ਕਿਹਾ ਸੀਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਮੋਰਚੇ ਦੇ ਵਿੱਚ ਸਹੀ ਨਹੀਂ, ਉਹਦੇ ਨਾਲ ਬੇਅਦਬੀ ਦਾ ਜਿਹੜਾ ਉਹ ਖਦਸ਼ਾ ਬਣਿਆ ਰਹਿੰਦਾ ਹਮੇਸ਼ਾ। ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਖੈੜਾ ਸਾਹਿਬ ਮੋਰਚੇ 'ਚ ਹਜੇ ਤੱਕ ਪਹੁੰਚੇ ਨਹੀਂ ਹੈਗੇ। ਮੈਂ ਸਮਝਦਾ ਜਿੱਦਣ ਉਹ ਪਹੁੰਚਣਗੇ ਉਹ ਖੁਦ ਸਹਿਮਤ ਹੋਣਗੇ। ਉੱਥੇ ਇਦਾਂ ਦੀ ਕੋਈ ਬੇਅਦਬੀ ਵਾਲੀ ਗੱਲ ਨਹੀਂ ਹੋ ਸਕਦੀ, ਕਿਉਂਕਿ ਉੱਥੇ ਪੰਡਾਲ ਇਸ ਤਰੀਕੇ ਨਾਲ ਲੱਗਿਆ ਹੋਇਆ, ਸੰਗਤ ਉਸ ਤਰੀਕੇ ਨਾਲ ਬੈਠੀ ਹੈ। ਸੋ ਉੱਥੇ ਕੋਈ ਇਦਾਂ ਦੀ ਘਟਨਾ ਨਹੀਂ ਵਾਪਰ ਸਕਦੀ। ਉਹਨਾਂ ਦਾ ਇਹ ਕਹਿਣਾ ਸੀਗਾ ਕਿ ਜਿਸ ਤਰ੍ਹਾਂ ਸਰਕਾਰਾਂ ਜ਼ੋਰ ਲਾ ਸਕਦੀਆਂ ਮੋਰਚੇ ਨੂੰ ਅੱਗੇ ਧੱਕਣ ਲਈ ਜਾਂ ਕੋਈ ਵੀ ਐਕਸ਼ਨ ਲੈ ਸਕਦੀਆਂ ਨੇ। ਵੈਸੇ ਤੇ ਜਨਾਲਾ ਵਾਲੀ ਜਿਹੜੀ ਘਟਨਾ ਹੋਈ ਉਹ ਤੋਂ ਇਹ ਨਹੀਂ ਨਜ਼ਰ ਆਉਂਦਾ, ਪਰ ਫਿਰ ਵੀ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਇਹੋ ਜਿਹੀਆਂ ਘਟਨਾਵਾਂ ਹੋ ਸਕਦੀਆਂ ਜਿਹਦੇ ਨਾਲ ਕਿ ਗੁਰੂ ਸਾਹਿਬ ਦੀ ਜਿਹੜੀ ਹੈ ਨਾ ਉਹ ਬੇਅਦਬੀ ਦਾ ਖਦਸ਼ਾ ਹੋ ਸਕਦਾ। ਦੇਖੋ ਜੀ, ਅਸੀਂ ਨਹੀਂ ਮੰਨਦੇ ਹੈਗੇ ਕਿ ਕਿਤੇ ਇਹੋ ਜਿਹੀ ਗੱਲ ਹੋ ਸਕਦੀ ਹੈ। ਫਿਰ ਤੇ ਸਿੱਖ ਰੋਜ਼ਾਨਾ ਕੋਈ ਨਾ ਕੋਈ ਪ੍ਰੋਗਰਾਮ ਕਰਦੇ ਨੇ ਗੁਰਦੁਆਰਿਆਂ 'ਚ। ਉਹ ਪ੍ਰੋਗਰਾਮ 'ਚ ਤੇ ਮੋਰਚੇ 'ਤੇ ਫਰਕ ਹੈ। ਮੈਂ ਅਗਲੀ ਵੀ ਗੱਲ ਕਰਦਾ ਕਿ ਕੋਈ ਨਾ ਕੋਈ ਪ੍ਰੋਗਰਾਮ ਗੁਰਦੁਆਰਿਆਂ 'ਚ ਕਰਦੇ ਨੇ, ਜੂਨ 84 ਦਾ ਜਾਂ ਸ਼ਹੀਦ ਸਿੰਘਾਂ ਦਾ, ਉੱਥੇ ਬੜੀ ਵੱਡੀ ਗਿਣਤੀ 'ਚ ਫੋਰਸ ਲਾ ਦਿੰਦੇ ਆ। ਫਿਰ ਅਸੀਂ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਕਰਾਂਗੇ। ਨਹੀਂ, ਉਹ ਤੇ ਇੱਕ ਸੈਮੀਨਾਰ ਹੈ, ਮੋਰਚਾ ਫਰਕ ਹੈ। ਸੈਮੀਨਾਰ ਦੀ ਫੋਰਸ ਤੇ ਲੱਗਦੀ ਹੈ ਨਾ, ਉੱਥੇ ਵੀ ਪੁਲਿਸ ਨਾਲ ਕਈ ਵਾਰ ਹੱਥੋਂ ਪਾਈ ਹੋ ਜਾਂਦੀ ਹੈ, ਪੁਲਿਸ ਬਾਹਰ ਨਹੀਂ ਆਉਣ ਦਿੰਦੀ। ਇਟ ਮੀਨਸ ਇਹ ਤਾਂ ਨਹੀਂ ਹੈਗਾ ਕਿ ਅਸੀਂ ਮਹਾਰਾਜ ਦਾ ਪ੍ਰਕਾਸ਼ ਕਰਨਾ ਬੰਦ ਕਰ ਦਈਏ। ਸੋ ਇਹ ਬੇਤੁਕੀ ਜੀ ਗੱਲਾਂ ਨੇ। ਸੋ ਸਾਨੂੰ ਲੋੜ ਹੈ ਕਿ ਮੁੱਦਿਆਂ ਕਾਗਜ਼ੀ ਪੱਤਰੀ ਗੱਲ ਹੈ। ਹਲੇ ਪ੍ਰੈਕਟੀਕਲ 'ਚ ਕੀ ਹੈ? ਬਾਈਬਲ ਕਲਾਂ 'ਚ ਕੁਝ ਵੀ ਨਹੀਂ ਹੋਇਆ ਜਿੱਥੇ ਸਿੰਘ ਸ਼ਹੀਦ ਹੋਏ ਨੇ। ਹਜੇ ਤਾਂ ਜਿੱਥੇ ਫੱਟੜ ਸਿੰਘ ਹੋਏ ਨੇ ਉਹਦੀ ਗੱਲ ਹੋਈ ਹੈ, ਉਹ ਵੀ ਕਾਗਜ਼ੀ ਪੱਤਰੀ ਹੈ। ਗੌਰਮੈਂਟ ਪ੍ਰੈਕਟੀਕਲ ਕੀ ਕਰ ਰਹੀ ਹੈ ਪਹਿਲਾਂ ਉਹ ਦੱਸੇ। ਜਦੋਂ ਤੱਕ ਗੌਰਮੈਂਟ ਪ੍ਰੈਕਟੀਕਲ ਨਹੀਂ ਕਰਦੀ ਉਸ ਬਾਰੇ ਕੋਈ ਵੀ ਉਸ ਗੱਲ ਦੀ ਪ੍ਰੋੜਤਾ ਕਰਨੀ ਮੈਂ ਸਮਝਦਾ ਠੀਕ ਨਹੀਂ ਹੋਏਗੀ। ਭਾਈ ਸਾਹਿਬ ਨੇ ਕਿਹਾ ਸੀਗਾ ਕਿ ਵੀ ਇੰਨੇ ਹੀਨੀਅਸ ਕ੍ਰਾਈਮ ਦੇ ਵਿੱਚ ਐਂਟੀਸਪੇਟਰੀ ਬੇਲ ਮਿਲ ਜਾਣਾ, ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਜਿਹੜੀ ਮੈਂ ਗੱਲ ਕਰ ਰਿਹਾ ਕਿ ਮਿਲ ਜਾਣਾ ਵੀ ਪੋਸੀਬਲ ਨਹੀਂ ਹੁੰਦਾ। ਕੀ ਤੁਹਾਨੂੰ ਲੱਗਦਾ ਇਹ 'ਚ ਕੋਈ ਫਲॉ ਹੋਗਾ? ਦੇਖੋ ਜੀ, ਵੱਡੀ ਗੱਲ ਤਾਂ ਇਹ ਹੈ ਕਿ ਉਹਨਾਂ ਦੀ ਜੇ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਆਪਣਾ ਨਾਂ ਪਾਣੇ ਨੇ ਤੇ ਉਹਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ? ਬੇਲ ਲੈਣ ਲਈ ਅਪਲਾਈ ਕਰਨ ਦਾ ਸਮਾਂ ਹੀ ਕਿਉਂ ਦਿੱਤਾ ਗਿਆ? ਸੋ ਇਹ ਸਾਰੀ ਗੱਲਾਂ ਇੱਕ ਪਾਲਿਸੀ ਦੇ ਅਧੀਨ ਹੈਗੀਆਂ ਨੇ। ਸੋ ਅਸੀਂ ਸਮਝਦੇ ਹਾਂ ਕਿ ਸਰਕਾਰ ਜੇ ਚਾਹੁੰਦੀ ਹੈ ਕਿ ਅਸੀਂ ਬਾਈਬਲ ਕਲਾਂ ਗੋਲੀकांड ਦੇ ਬੰਦਿਆਂ ਨੂੰ ਗ੍ਰਿਫਤਾਰ ਕਾਰਵਾਈ ਕਰਨੀ ਹੈ ਤੇ ਪਹਿਲਾਂ ਉਹਨਾਂ ਨੂੰ ਗ੍ਰਿਫਤਾਰ ਕਰੇ। ਸਿਰਫ ਨਾਂ ਪਾਉਣ ਨਾਲ ਗੱਲ ਨਹੀਂ ਹੋਣੀ ਹੈ। ਹੁਣ ਅੱਗੇ ਕੀ ਵਿਉਂਤਬੰਦੀ ਹੈ ਜੀ ਮੋਰਚੇ ਦੇ ਵਿੱਚ? ਜਿਹੜਾ ਹੈ ਇਹ ਵੀ ਕਹੀਆਂ ਜਾ ਰਿਹਾ ਵੀ ਜਿਹੜਾ ਉੱਥੇ ਆਂਦਾ ਆਪਣੀ ਮਰਜ਼ੀ ਨਾਲ ਕੁਝ ਵੀ ਬੋਲ ਜਾਂਦਾ ਹੈ। ਕੁਝ ਸਿੰਘਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਮਤਲਬ ਕਿਸੇ ਨੂੰ ਵੀ ਉਸ 'ਤੇ ਕੋਈ ਵੀ ਬੋਲਣ ਦੀ ਇਜਾਜ਼ਤ ਹੈ ਜਾਂ ਕਿ ਉਹਨੂੰ ਮੁੱਦੇ 'ਤੇ ਜਾਂ ਵਿਸ਼ੇ 'ਤੇ ਗੱਲ ਕਹੀ ਗਈ ਹੈ? ਦੇਖੋ ਜੀ, ਉੱਥੇ ਅਸੀਂ ਜਥੇਦਾਰ ਜਗਤਾਰ ਸਿੰਘ ਹਵਾਰਾ ਸਾਹਿਬ ਦਾ ਵੱਡਾ ਬੈਨਰ ਲਾਇਆ ਹੋਇਆ ਜਿੱਥੇ ਜਥੇਦਾਰ ਸਾਹਿਬ ਵੱਲੋਂ ਬੇਨਤੀ ਸਪਸ਼ਟ ਸ਼ਬਦਾਂ 'ਚ ਲਿਖੀ ਹੈ ਕਿ ਅਸੀਂ 4 ਮੁੱਦਿਆਂ 'ਤੇ ਕੇਂਦਰਿਤ ਰਹਿ ਕੇ ਆਪਣੀ ਗੱਲ ਕਰਨੀ ਹੈ। ਉਸ ਤੋਂ ਇਲਾਵਾ ਅਸੀਂ ਕੋਈ ਗੱਲ ਨਹੀਂ ਕਰਨੀ। ਫਿਰ ਵੀ ਜੇ ਕੋਈ 2 ਸ਼ਬਦ ਵਾਧੂ ਖੱਬੇ ਸੱਜੇ ਬੋਲ ਜਾਂਦਾ ਤੇ ਇਹ ਦੇਖੋ ਇਹ ਬੁਲਾਰੇ ਦੀ ਗਲਤੀ ਹੈ, ਕਿਉਂਕਿ ਅਕਸਰ ਸਟੇਜਾਂ ਤੇ ਇਸ ਵਿਸ਼ਿਆਂ ਦੇ ਉੱਤੇ ਆਪਾਂ ਬੇਨਤੀ ਕਰਦੇ ਹੁੰਦੇ ਸਟੇਜ ਸੈਕਟਰੀ ਕਿ ਤੁਸੀਂ ਵਿਸ਼ੇ ਤੇ ਗੱਲ ਕਰਨੀ ਹੈ। ਫਿਰ ਵੀ ਕਈ ਲੋਕ ਕਰ ਜਾਂਦੇ ਨੇ, ਉਹਦਾ ਕੋਈ ਇਲਾਜ ਨਹੀਂ। ਅਸੀਂ ਸਾਡੇ ਵੱਲੋਂ ਉਪਰਾਲਾ ਇਹੀ ਹੈ ਕਿ ਇਹ ਵਿਸ਼ੇ ਤੇ ਕੇਂਦਰਿਤ ਰਹਿ ਕੇ ਗੱਲ ਹੋਵੇ। ਰਾਜੋਆਣਾ ਸਾਹਿਬ ਨੇ ਕਿਹਾ ਸੀ ਮੇਰਾ ਮੋਰਚੇ ਨਾਲ ਕੋਈ ਸੰਬੰਧ ਨਹੀਂਗਾ, ਕਿ ਇਹਨੂੰ ਕਿਸ ਤਰ੍ਹਾਂ ਦੇਖਦੇ? ਦੇਖੋ ਜੀ, ਉਹਨਾਂ ਦੇ ਕਹਿਣ ਨਾਲ ਇਹ ਥੋੜੀ ਹੈ ਕਿ ਅਸੀਂ ਉਹਨਾਂ ਦੀ ਰਿਹਾਈ ਦੀ ਮੰਗ ਛੱਡ ਦਿਆਂਗੇ। ਅਸੀਂ ਉਹਨਾਂ ਦੀ ਰਿਹਾਈ ਦੀ ਮੰਗ ਕਰਦੇ ਰਵਾਂਗੇ ਜਦੋਂ ਤੱਕ ਉਹ ਬਾਹਰ ਨਹੀਂ ਆਉਂਦੇ। ਅਸੀਂ ਮੋਰਚਾ ਉੱਥੇ ਸਾਡਾ ਲੱਗਿਆ ਰਹੂਗਾ, ਸਾਨੂੰ ਉਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ। ਪਰ ਉਹਨਾਂ ਵਾਸਤੇ ਬੰਦੀ ਸਿੰਘਾਂ ਵਾਸਤੇ ਜਿਹੜਾ ਮੁੱਖ ਤੌਰ ਤੇ ਜਿਹੜਾ ਮੋਰਚਾ ਲਗਾਇਆ ਗਿਆ ਹੈ ਤੇ ਬੰਦੀ ਸਿੰਘਾਂ ਵਿੱਚੋਂ ਇੱਕ ਸਿੰਘ ਕਹਿ ਰਿਹਾ, ਉਹਦਾ ਕੀ ਕਾਰਨ ਸਮਝਦੇ ਹੋ? ਕਿਉਂ ਕਿਹਾ ਗਿਆ? ਉਹਨਾਂ ਦੇ ਮਨ 'ਚ ਕਿਹੜੀ ਗੱਲ ਇਹੋ ਜਿਹੀ ਆਈ ਜਿਹੜਾ ਉਹਨਾਂ ਨੇ ਇੰਨੀ ਗੱਲ? ਦੇਖੋ ਜੀ, ਇਹ ਸਵਾਲ ਤੇ ਉਹੀ ਦੇ ਸਕਦੇ ਨੇ, ਸਾਡੇ ਕੋਲ ਤੇ ਕੋਈ ਆਨਸਰ ਨਹੀਂ। ਅਸੀਂ ਤਾਂ ਉਹਨਾਂ ਲਈ ਬੈਠੇ ਆ ਤੇ ਬੈਠੇ ਰਹਾਂਗੇ। ਸੋ ਇਹ ਸਨ ਜੀ ਬੁਲਾਰੇ ਰਾਜਪੁਰਾ ਸਾਹਿਬ ਜਿਨ੍ਹਾਂ ਨੇ ਕਿ ਕਿਹਾ ਕਿ ਮੋਰਚਾ ਜਿਹੜਾ ਚੜ੍ਹਦੀ ਕਲਾ 'ਚ ਚੱਲਦਾ ਰਹੇਗਾ ਔਰ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਹੀ ਜਿਹੜਾ ਮੋਰਚਾ ਉਹ ਚੱਲਦਾ ਰਹੇਗਾ, ਕਿਉਂਕਿ ਉਹਨਾਂ ਨੇ ਕਈ ਇਸ ਦੇ ਵਾਸਤੇ ਉਦਾਹਰਨਾਂ ਵੀ ਜਿਹੜੀਆਂ ਨੇ ਦਿੱਤੀਆਂ ਨੇ। ਹਾਲਾਂਕਿ ਭਾਈ ਗੁਰਦੀਪ ਸਿੰਘ ਖੇੜਾ ਜੋ ਕਿ ਬੰਦੀ ਸਿੰਘਾਂ ਵਿੱਚੋਂ ਮੇਰੇ ਖਿਆਲ ਸਰ ਨਾਲੋਂ ਜ਼ਿਆਦਾ ਉਮਰ ਦੇ ਬੰਦੀ ਸਿੰਘ ਨੇ, ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਮੋਰਚੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਨਹੀਂ ਹੋਣੀ ਚਾਹੀਦੀ, ਇਸ ਨਾਲ ਬੇਅਦਬੀ ਦਾ ਖਦਸ਼ਾ ਜਿਹੜਾ ਹੈ ਉਹ ਬਣਿਆ ਰਹਿੰਦਾ ਹੈ। ਲੇਕਿਨ ਭਾਈ ਰਾਜਪੁਰਾ ਦਾ ਕਹਿਣਾ ਹੈ ਕਿ ਅਜਿਹੀ ਕੋਈ ਗੱਲ ਨਹੀਂ, ਉਸ ਦੇ ਵਾਸਤੇ ਵੱਖਰਾ ਪੰਡਾਲ ਲਗਾਇਆ ਗਿਆ। ਦੂਸਰੀ ਗੱਲ ਜਿਹੜੀ ਕਹੀ ਗਈ ਹੈ ਉਹ ਇਹ ਕਹੀ ਗਈ ਹੈ ਕਿ ਭਾਈ ਰਾਜੋਆਣਾ ਨੇ ਜਿਹੜੀ ਗੱਲ ਕਹੀ ਹੈ
ਕਿ ਜੇ ਉਹ ਮੋਰਚੇ ਨੂੰ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਹੈ, ਪਰ ਫਿਰ ਵੀ ਉਹਨਾਂ ਦੀ ਰਿਹਾਈ ਸਮੇਤ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਦੀ ਉਹ ਗੱਲ ਕਰਦੇ ਰਹਿਣਗੇ। ਜਿਹੜੀ ਗੱਲ ਕੀਤੀ ਗਈ ਹੈ ਵਕਾਲਤ ਨੂੰ ਲੈ ਕੇ ਜਾਂ ਕਾਨੂੰਨ ਨੂੰ ਲੈ ਕੇ, ਜਿਹੜੀ ਐਂਟੀਸਪੇਟਰੀ ਬੇਲ ਜਿਹੜੀ ਹੈ ਦਿੱਤੀ ਗਈ ਹੈ ਸੁਖਬੀਰ ਸਿੰਘ ਬਾਦਲ ਨੂੰ, ਉਹਦੇ ਤੇ ਵੀ ਜਿਹੜੇ ਹੈ ਮੋਰਚੇ ਵੱਲੋਂ ਜਿਹੜੇ ਨੇ ਉਹ ਸਵਾਲ ਚੁੱਕੇ ਗਏ ਨੇ। ਸੋ ਦੇਖਦੇ ਹਾਂ ਜੀ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਤੇ ਅਦਾਲਤਾਂ ਦੇ ਕੀ ਫੈਸਲੇ ਹੁੰਦੇ ਹਨ, ਜਿਸ ਤੇ ਕਿ ਆਉਣ ਵਾਲੇ ਸਮੇਂ ਦੇ ਨਾਲ ਇਸ ਦੇ ਵਿੱਚ ਇਨਸਾਫ ਜਿਹੜਾ ਹੈ ਵਾਕਈ ਯਕੀਨੀ ਹੋ ਸਕਦਾ ਹੈ ਜਾਂ ਨਹੀਂ। ਕੈਮਰਾਮੈਨ ਗੁਰਦਿਆਲ ਸਿੰਘ ਦੇ ਨਾਲ ਅੰਮ੍ਰਿਤਸਰ ਤੋਂ ਕੁਲਵਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ। ਸਾਡੇ ਨਾਲ ਪ੍ਰੋਫੈਸਰ ਬਲਜਿੰਦਰ ਸਿੰਘ ਜੋ ਕਿ ਜਥੇਦਾਰ ਹਵਾਰਾ ਕਮੇਟੀ ਦੇ ਬੁਲਾਰੇ ਨੇ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕਿ ਪ੍ਰੋਫੈਸਰ ਹੋਣ ਦੇ ਨਾਤੇ ਜਿਹੜਾ ਅੱਜ ਮੰਗ ਪੱਤਰ ਦਿੱਤਾ ਗਿਆ ਹੈ ਉਸ ਦੇ ਵਿੱਚ ਕੀ ਹੈ ਤੇ ਉਸ ਦੇ ਵਿੱਚ ਕੀ ਅਸਰ ਹੁੰਦਾ ਹੈ ਆਉਣ ਵਾਲੇ ਦਿਨਾਂ ਵਿੱਚ ਤੇ ਇੰਟਰਨੈਸ਼ਨਲ ਕਮਿਊਨਿਟੀ 'ਚ ਪਏਗਾ। ਹਾਂਜੀ, ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਪ੍ਰੋਫੈਸਰ ਸਾਹਿਬ, ਐਜ਼ ਅ ਪ੍ਰੋਫੈਸਰ ਤੁਸੀਂ ਇਹ ਜਿਹੜਾ ਮੰਗ ਪੱਤਰ ਦਿੱਤਾ ਗਿਆ, ਪਹਿਲੇ ਤਾਂ ਦੱਸੋ ਉਹਦੇ ਵਿੱਚ ਕਿਹੜੇ ਪੁਆਇੰਟ ਵਾਈਜ਼ ਜਿਹੜੇ ਪੁਆਇੰਟ ਪਾਏ ਗਏ ਨੇ, ਔਰ ਜਿਹੜਾ ਇੰਟਰਨੈਸ਼ਨਲ ਕਮਿਊਨਿਟੀ ਨੂੰ ਅੱਜ ਦਿੱਤਾ ਗਿਆ ਇਹਦਾ ਕੀ ਹੋਏਗਾ ਅਸਰ ਆਉਣ ਵਾਲੇ ਦਿਨਾਂ 'ਚ? ਦੇਖੋ, ਇੰਟਰਨੈਸ਼ਨਲ ਕਮਿਊਨਿਟੀ ਦੇ ਸਾਹਮਣੇ ਅਸੀਂ ਇਹ ਗੱਲ ਰੱਖੀ ਹੈ ਕਿ ਇੱਕ ਤਾਂ ਇੰਟਰਨੈਸ਼ਨਲ ਪ੍ਰਿਜ਼ਨਰਸ ਲਾਅ ਹੈ, ਔਰ ਇੰਟਰਨੈਸ਼ਨਲ ਪ੍ਰਿਜ਼ਨਰਸ ਲਾਅ ਇੱਕ ਐਸਾ ਡਾਕੂਮੈਂਟ ਹੈ ਜੋ ਕਿ ਸਾਰੇ ਦੇਸ਼ਾਂ ਦੇ ਉੱਤੇ ਲਾਗੂ ਹੁੰਦਾ ਹੈ, ਔਰ ਉਸ ਪ੍ਰਿਜ਼ਨਰਸ ਲਾਅ ਦੇ ਮੁਤਾਬਕ ਕਿਸੇ ਵੀ ਪ੍ਰਿਜ਼ਨਰ ਦੇ ਨਾਲ ਕੋਈ ਇਨਹਿਊਮਨ ਟਰੀਟਮੈਂਟ, ਕੋਈ ਐਸਾ ਪਨਿਸ਼ਮੈਂਟ ਜੋ ਕਿ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਕਰਦਾ ਹੋਏ ਤੁਸੀਂ ਨਹੀਂ ਕਰ ਸਕਦੇ। ਅਸੀਂ ਇੱਕ ਗੱਲ ਕਹਿਣਾ ਚਾਹੁੰਦੇ ਹਾਂ ਤੁਹਾਡੇ ਮਾਧਿਅਮ ਦੇ ਰਾਹੀਂ। ਇੱਕ ਵਿਅਕਤੀ ਨੂੰ ਉਮਰ ਕੈਦ ਹੁੰਦੀ ਹੈ ਜੋ ਕਿ 14 ਸਾਲ ਦੀ ਹੈ, 32 ਸਾਲ ਤੋਂ ਉਹ ਵਿਅਕਤੀ ਜਿਹੜਾ ਜੇਲ੍ਹ 'ਚ ਹੈ। ਇੱਥੇ ਇੰਟਰਨੈਸ਼ਨਲ ਪ੍ਰਿਜ਼ਨਰਸ ਲਾਅ ਦੀ ਵੀ ਵਾਇਓਲੇਸ਼ਨ ਹੋ ਰਹੀ ਹੈ, ਉਹਦੇ ਨਾਲ ਇਨਹਿਊਮਨ ਟਰੀਟਮੈਂਟ ਹੋ ਰਿਹਾ ਹੈ, ਉਹਨੂੰ ਛੱਡਿਆ ਨਹੀਂ ਜਾ ਰਿਹਾ। 28 ਸਾਲ ਤੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੇ, ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ। ਇਹ ਇੱਕ ਵਾਇਓਲੇਸ਼ਨ ਆਫ ਦਾ ਹਿਊਮਨ ਰਾਈਟਸ ਹੈ, ਇਨਹਿਊਮਨ ਟਰੀਟਮੈਂਟ ਹੋ ਰਿਹਾ ਹੈ। ਇਹ ਕ੍ਰੂਅਲਟੀ ਹੈ ਇੱਕ ਪ੍ਰਕਾਰ ਦੀ, ਜੋ ਕਿ ਬਾਰ-ਬਾਰ ਜਿਹੜੀ ਹੈ ਸਿੱਖ ਪੋਲੀਟੀਕਲ ਪ੍ਰਿਜ਼ਨਰਸ ਉੱਤੇ ਕੀਤੀ ਜਾ ਰਹੀ ਹੈ। ਇੱਕ ਤਾਂ ਗੱਲ ਇਹ ਬੜੀ ਇੰਪੋਰਟੈਂਟ ਹੈ ਜੋ ਕਿ ਅਸੀਂ ਹਾਈਲਾਈਟ ਕੀਤੀ ਹੈ G20 ਦੇ ਮੁਲਕਾਂ ਦੇ ਰਿਪਰੈਜ਼ੈਂਟੇਟਿਵ ਸਾਹਮਣੇ। ਦੂਸਰੀ ਗੱਲ, ਯੂਨਾਈਟਿਡ ਨੇਸ਼ਨ ਹਿਊਮਨ ਰਾਈਟਸ ਚਾਰਟਰ ਹੈ ਜਿਹਦੇ ਉੱਤੇ ਭਾਰਤ ਸਿਗਨੇਟਰੀ ਹੈ। ਜਦ ਸਿਗਨੇਟਰੀ ਹੈ ਤਾਂ ਇਹਦਾ ਮਤਲਬ ਹੈ ਕਿ ਭਾਰਤ ਪਾਬੰਦ ਹੈ, ਔਰ ਭਾਰਤ ਪਾਬੰਦ ਹੈ ਤਾਂ ਨੈਚੁਰਲੀ ਅਗਰ ਉਹਦੀ ਵਾਇਓਲੇਸ਼ਨ ਹੋ ਰਹੀ ਹੈ, ਅਸੀਂ ਉਸ ਗੱਲ ਨੂੰ ਵੀ ਉਜਾਗਰ ਕੀਤਾ ਹੈ ਕਿ ਯੂਨਾਈਟਿਡ ਨੇਸ਼ਨ ਹਿਊਮਨ ਰਾਈਟਸ ਚਾਰਟਰ ਦੀ ਵਾਇਓਲੇਸ਼ਨ ਹੋ ਰਹੀ ਹੈ। ਅਸੀਂ ਉਹਦੇ ਵਿੱਚ ਇਹ ਵੀ ਗੱਲ ਉਜਾਗਰ ਕੀਤੀ ਹੈ ਕਿ ਜੋ ਭਾਰਤ ਦਾ ਸੰਵਿਧਾਨ ਹੈ, ਭਾਰਤ ਦਾ ਸੰਵਿਧਾਨ ਭਾਰਤ ਦੀ ਸਰਕਾਰ ਹੀ ਵਾਇਓਲੇਟ ਕਰ ਰਹੀ ਹੈ। ਤਾਂ ਇੱਥੇ ਜਿਹੜੀ ਡੈਮੋਕ੍ਰੇਸੀ ਹੈ ਉਹ ਨਾਮ ਦੀ ਹੈ, ਪ੍ਰੈਕਟੀਕਲੀ ਡੈਮੋਕ੍ਰੇਸੀ ਨਹੀਂ ਹੈ। ਐਗਜ਼ਾਮਪਲ ਦੇ ਤੌਰ ਤੇ ਮੈਂ ਗੱਲ ਕਰਾਂ ਕਿ ਭਾਰਤ ਦਾ ਸੰਵਿਧਾਨ ਫੰਡਾਮੈਂਟਲ ਰਾਈਟਸ ਦੇ ਅੰਦਰ ਇਹ ਚੀਜ਼ ਪ੍ਰੋਵਾਈਡ ਕਰਦਾ ਹੈ, ਰਾਈਟ ਟੂ ਲਾਈਫ। ਉਹ ਰਾਈਟ ਟੂ ਲਾਈਫ ਇੱਕ ਐਸਾ ਅਧਿਕਾਰ ਹੈ, ਜਿਉਣ ਦਾ ਅਧਿਕਾਰ, ਰਾਈਟ ਟੂ ਲਿਬਰਟੀ ਆਜ਼ਾਦੀ ਦਾ ਅਧਿਕਾਰ, ਰਾਈਟ ਟੂ ਇਕੁਐਲਿਟੀ ਬਰਾਬਰਤਾ ਦਾ ਅਧਿਕਾਰ। ਉਹ ਭਾਰਤ ਦਾ ਸੰਵਿਧਾਨ ਇਹ ਸਭ ਕੁਝ ਪ੍ਰੋਵਾਈਡ ਕਰਦਾ ਹੈ, ਲੇਕਿਨ ਸਿੱਖ ਪੋਲੀਟੀਕਲ ਪ੍ਰਿਜ਼ਨਰਸ ਉੱਤੇ ਇਹ ਭਾਰਤ ਦਾ ਸੰਵਿਧਾਨ ਵੀ ਲਾਗੂ ਨਹੀਂ ਹੈ। ਸੋ ਅਸੀਂ ਇੱਕ ਲੀਗਲ ਐਂਗਲ ਤੋਂ ਗੱਲ ਕਰ ਰਹੇ ਹਾਂ ਕਿ ਭਾਈ ਇੰਟਰਨੈਸ਼ਨਲ ਪ੍ਰਿਜ਼ਨਰਸ ਲਾਅ ਵੀ ਲਾਗੂ ਨਹੀਂ ਹੋ ਰਹੇ, ਉਹਦੀ ਵਾਇਓਲੇਸ਼ਨ ਹੋ ਰਹੀ ਹੈ। ਯੂਨਾਈਟਿਡ ਨੇਸ਼ਨ ਹਿਊਮਨ ਰਾਈਟਸ ਚਾਰਟਰ ਦੀ ਵਾਇਓਲੇਸ਼ਨ ਹੋ ਰਹੀ ਹੈ, ਭਾਰਤ ਦੇ ਸੰਵਿਧਾਨ ਦੀ ਵਾਇਓਲੇਸ਼ਨ ਹੋ ਰਹੀ ਹੈ। ਹਰ ਪੱਖੋਂ ਵਾਇਓਲੇਸ਼ਨ ਕਰਕੇ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਕੀਤੀ ਜਾ ਰਹੀ ਹੈ, ਸਾਡੇ ਨਾਲ ਇਨਜਸਟਿਸ ਹੋ ਰਿਹਾ ਹੈ। ਸਾਨੂੰ ਸ਼ੌਂਕ ਨਹੀਂ ਹੈਗਾ ਕਿ ਪੰਜਾਬ ਦੇ ਵਿਹੜੇ ਦੇ ਵਿੱਚ ਜਿਹੜੇ ਸਾਡੇ ਮਹਿਮਾਨ ਆਏ ਨੇ ਉਹਨਾਂ ਤੱਕ ਆਪਣੀ ਸ਼ਿਕਾਇਤਾਂ ਪਹੁੰਚਾਈਏ, ਲੇਕਿਨ ਸਾਨੂੰ ਅੱਜ ਮਜਬੂਰ ਕਰਕੇ ਇੱਥੇ ਤੱਕ ਪਹੁੰਚਾ ਦਿੱਤਾ ਗਿਆ ਕਿ ਤੁਸੀਂ ਆਪਣੀ ਗੱਲ ਜਿਹੜੀ ਹੈ ਉਹ ਇਹਨਾਂ ਤੱਕ ਪਹੁੰਚਾਓ। ਸਾਨੂੰ ਸ਼ੌਂਕ ਨਹੀਂ ਹੈਗਾ। ਅਸੀਂ ਚਾਹੁੰਦੇ ਹਾਂ ਕਿ ਜਿਹੜੇ G20 ਦੇ ਜਿਹੜੇ ਮਹਿਮਾਨ ਆਏ ਨੇ, ਪੰਜਾਬ ਦੀ ਡਿਵੈਲਪਮੈਂਟ ਵਾਸਤੇ, ਪੰਜਾਬ ਦੀ ਇੰਡਸਟਰੀ ਦੇ ਗਰੋਥ ਵਾਸਤੇ ਇਹ ਇੱਥੇ ਕੋਈ ਐਸਾ ਫੈਸਲਾ ਕਰਕੇ ਜਾਣ ਜਿਹਦੇ ਨਾਲ ਕਿ ਪੰਜਾਬ ਖੁਸ਼ਹਾਲ ਹੋਵੇ, ਪੰਜਾਬ ਦੇ ਵਿੱਚ ਪਰ ਕੈਪੀਟਾ ਇਨਕਮ ਵਧੇ, ਪੰਜਾਬ ਦੇ ਵਿੱਚ ਅਨਐਮਪਲੋਇਮੈਂਟ ਖਤਮ ਹੋ ਕਰਕੇ ਲੋਕਾਂ ਨੂੰ ਇੰਪਲੋਇਮੈਂਟ ਮਿਲੇ। ਅਸੀਂ ਇਹ ਸਾਰੀਆਂ ਚੀਜ਼ਾਂ ਵਿਸ਼ ਕਰਦੇ ਹਾਂ ਕਿਉਂਕਿ ਅਸੀਂ ਪੰਜਾਬ ਦੇ ਵਾਸੀ ਹਾਂ। ਇਸ ਕਰਕੇ ਅਸੀਂ G20 ਆਏ ਹੋਏ ਮਹਿਮਾਨਾਂ ਤੱਕ ਜਿਹੜੇ ਆਪਣੇ ਗ੍ਰੀਵੈਂਸਿਸ, ਜਿਹੜੀ ਆਪਣੀਆਂ ਸ਼ਿਕਾਇਤਾਂ ਪਹੁੰਚਾਈਆਂ ਨੇ ਮੀਡੀਆ ਦੇ ਰਾਹੀਂ, ਉਸ ਲਈ ਸਾਨੂੰ ਭਾਰਤ ਸਰਕਾਰ ਦੇ ਇਸ ਨਿਜ਼ਾਮ ਨੇ, ਇਸ ਸਿਸਟਮ ਨੇ ਮਜਬੂਰ ਕੀਤਾ ਹੈ। ਤਾਂ ਕਰਕੇ ਸਾਨੂੰ ਅੱਜ ਇੱਕ ਪੀਸਫੁਲ ਤਰੀਕੇ ਦੇ ਨਾਲ ਰੋਸ ਪ੍ਰਗਟ ਕਰਨਾ ਪਿਆ। ਤੁਸੀਂ ਦੇਖ ਸਕਦੇ ਹੋ ਕਿ
ਅਸੀਂ ਕਿਧਰੇ ਵੀ ਟ੍ਰੈਫਿਕ ਨੂੰ ਕੋਈ ਰੋਕਿਆ ਨਹੀਂ ਹੈਗਾ। ਟ੍ਰੈਫਿਕ ਆਪਣੇ ਆਪ ਦੇ ਵਿੱਚ ਬਿਲਕੁਲ ਸਮੂਥਲੀ ਚੱਲ ਰਿਹਾ ਹੈ। ਜਿੰਨੇ ਵੀ ਲੱਖ ਦੇ ਕਰੀਬ ਰੋਜ਼ ਯਾਤਰੂ ਦਰਬਾਰ ਸਾਹਿਬ ਆਉਂਦੇ ਨੇ, ਅਸੀਂ ਚਾਹੁੰਦੇ ਹਾਂ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਰਸਤੇ ਵਿੱਚ ਕੋਈ ਰੁਕਾਵਟ ਨਾ ਹੋਏ। ਇਸ ਕਰਕੇ ਅਸੀਂ ਇੱਕ ਪੀਸਫੁਲ ਤਰੀਕੇ ਦੇ ਨਾਲ, ਇੱਕ ਅੱਛੇ ਸ਼ਹਿਰੀ ਦੇ ਨਾਤੇ, ਇੱਕ ਚੰਗੇ ਪੰਜਾਬੀ ਦੇ ਨਾਤੇ ਸੇਵਾ ਤੇ ਭਾਵਨਾ ਕਰਨ ਵਾਲੇ ਅਸੀਂ ਵਿਅਕਤੀ ਹਾਂ। ਅਸੀਂ ਉਸ ਭਾਵਨਾ ਦੇ ਨਾਲ ਆਪਣਾ ਸਿਰਫ ਇੱਕ ਗਿਲਾ ਸ਼ਿਕਵਾ, ਆਪਣਾ ਇੱਕ ਗ੍ਰੀਵੈਂਸਿਸ ਜਿਹੜੇ ਨੇ ਉਹ ਅਸੀਂ ਰਜਿਸਟਰ ਕਰਾਏ ਨੇ ਅੱਜ ਇੱਕ ਛੋਟਾ ਜਿਹਾ ਪ੍ਰੋਟੈਸਟ ਕਰਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਤੁਹਾਨੂੰ ਲੱਗਦਾ ਵੀ ਇਹਦਾ ਅਸਰ ਜਿਹੜਾ ਹੈ ਇੰਟਰਨੈਸ਼ਨਲ ਕਮਿਊਨਿਟੀ ਤੇ ਜਿਹੜਾ ਜਾਏਗਾ, ਮੈਸੇਜ ਜਾਏਗਾ ਤੇ ਇਹਦਾ ਅਸਰ ਹੋਏਗਾ? ਦੇਖੋ, ਇੰਟਰਨੈਸ਼ਨਲ ਜਿਹੜੀਆਂ ਫੋਰਮਸ ਹੁੰਦੀਆਂ ਨੇ ਨਾ, ਦੇ ਆਰ ਵੈਰੀ ਸੈਂਸਿਟਿਵ ਐਂਡ ਵੈਰੀ ਸੈਂਸੀਬਲ। ਉਹਨਾਂ ਦੀ ਜਿਹੜੀ ਪੋਲਿਟਿਕਸ ਹੈਗੀ ਹੈ ਉਹ ਭਾਰਤ ਦੀ ਸਿਆਸਤ ਦੇ ਨਾਲ ਮੈਚ ਨਹੀਂ ਕਰਦੀ। ਉਹਨਾਂ ਦਾ ਤੌਰ ਤਰੀਕਾ ਜਿਹੜਾ ਬਿਲਕੁਲ ਡਿਫਰੈਂਟ ਹੈਗਾ ਹੈ। ਹੋਰ G20 ਦੇ ਵਿੱਚ ਇੱਕ ਗੱਲ ਤੁਹਾਨੂੰ ਕਲੀਅਰ ਕਰ ਦਈਏ, ਬਿਊਨਸ ਆਇਰਸ ਦੇ ਵਿੱਚ 2019 ਦੇ ਵਿੱਚ ਇੱਕ ਡੈਕਲੇਰੇਸ਼ਨ ਸਾਰੇ G20 ਦੇ ਮੁਲਕਾਂ ਦੇ ਰਿਪਰੈਜ਼ੈਂਟੇਟਿਵ ਨੇ ਕੀਤੀ ਸੀਗੀ, ਜਿਹਦੇ ਵਿੱਚ ਕਿਹਾ ਗਿਆ ਸੀਗਾ ਕਿ ਹਿਊਮਨ ਰਾਈਟਸ ਦੀ ਜਿਹੜੀ ਹੈ ਸਟਰੈਂਥਨਿੰਗ ਕੀਤੀ ਜਾਏਗੀ, ਹਿਊਮਨ ਰਾਈਟਸ ਦੀ ਪ੍ਰਮੋਸ਼ਨ ਕੀਤੀ ਜਾਏਗੀ, ਇਹਨਾਂ ਨੂੰ ਪ੍ਰੋਟੈਕਟ ਕੀਤਾ ਜਾਏਗਾ। ਸੋ ਮੈਨੂੰ ਲੱਗਦਾ ਹੈ ਕਿ ਇਹ ਜਿਹੜੇ ਸਿਆਣੇ ਮੁਲਕ ਨੇ, US ਵੀ ਇੱਥੇ ਆਇਆ ਹੈ, UK ਦੇ ਵੀ ਰਿਪਰੈਜ਼ੈਂਟੇਟਿਵ ਆਏ ਨੇ, ਸਾਰੇ ਜਿਹੜੇ ਮੁਲਕ ਨੇ ਇਹ ਮਨੁੱਖੀ ਅਧਿਕਾਰਾਂ ਦੀ ਕਦਰਾਂ ਕਰਦੇ ਨੇ। ਉਹਨਾਂ ਦੇ ਕੋਲ ਜਦੋਂ ਦੀ ਆਵਾਜ਼ ਜਾਏਗੀ ਤਾਂ ਡੈਫੀਨਿਟਲੀ ਇਹਦਾ ਕਿਤੇ ਨਾ ਕਿਤੇ ਜਾ ਕੇ ਅਸਰ ਭਾਰਤ ਦੀ ਹਕੂਮਤ ਤੇ ਪਏਗਾ। ਸੋ ਇਹ ਸਨ ਜੀ ਪ੍ਰੋਫੈਸਰ ਬਲਜਿੰਦਰ ਸਿੰਘ, ਜਥੇਦਾਰ ਹਵਾਰਾ ਕਮੇਟੀ ਦੇ ਜਿਹੜੇ ਬੁਲਾਰੇ ਹਨ। ਉਹਨਾਂ ਨੇ ਕਿਹਾ ਕਿ ਇੰਟਰਨੈਸ਼ਨਲ ਕਮਿਊਨਿਟੀ ਨੂੰ ਜਿਹੜਾ ਉਹਨਾਂ ਨੇ ਮੰਗ ਪੱਤਰ ਦਿੱਤਾ ਹੈ, ਜਿਸ ਵਿੱਚ ਕਿ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਗਈ ਹੈ। ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ, ਉਸ ਤੋਂ ਦੁੱਗਣੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਜਿਹੜੇ ਬੰਦੀ ਸਿੰਘ ਇਸ ਵੇਲੇ ਅੰਦਰ ਬੰਦ ਨੇ, ਉਹਨਾਂ ਦੀ ਜਿਹੜੀ ਰਿਹਾਈ ਦਾ ਜਿਹੜੀ ਹੈ ਮਾਰਗ ਉਹ ਖੁੱਲ੍ਹੇਗਾ। ਤੇ ਹੋਰ ਜਿਹੜੀਆਂ ਮੰਗਾਂ ਉਹਨਾਂ ਨੇ ਰੱਖੀਆਂ ਨੇ ਹਿਊਮਨ ਰਾਈਟਸ ਦੇ ਵਾਇਲੇਸ਼ਨ ਨੂੰ ਲੈ ਕੇ, ਉਹਦਾ ਵੀ ਅਸਰ ਹੋਏਗਾ ਤੇ ਉਹ ਵੀ ਜਲਦੀ ਹੀ ਪੂਰੀਆਂ ਹੋਣਗੀਆਂ। ਸੋ ਆਸ ਕਰਦੇ ਹਾਂ ਕਿ ਹਿਊਮਨ ਰਾਈਟਸ ਦੀ ਜਿਹੜੀ ਵਾਇਲੇਸ਼ਨ ਹੋ ਰਹੀ ਹੈ ਉਹ ਜਿਹੜੀ ਹੈ ਬੰਦ ਹੋਵੇ ਤੇ ਜਿਹੜੇ ਮੰਗ ਜਿਹੜੀ ਇਹਨਾਂ ਵੱਲੋਂ ਰੱਖੀ ਗਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਪੂਰੀ ਹੋ ਸਕੇ। ਹਾਂਜੀ ਸਰ, ਅੱਜ ਕੀ ਇੱਥੇ ਪ੍ਰੋਗਰਾਮ ਕੀਤਾ ਜਾ ਰਿਹਾ ਹੈ? ਗੋਲਡਨ ਗੇਟ ਤੇ ਤੁਸੀਂ ਪਹੁੰਚੇ ਹੋ ਜੀ ਫੋਰਸ ਦੇ ਨਾਲ। ਇਹ ਆ ਕੌਮੀ ਇਨਸਾਫ ਮੋਰਚੇ ਨੇ ਇੱਕ ਮੰਗ ਪੱਤਰ ਦਿੱਤਾ ਜਿਹੜਾ ਉਹਨਾਂ ਕੋਲ ਰਿਸੀਵ ਕੀਤਾ ਵਾ। ਇਹ ਸੰਬੰਧਿਤ ਅਧਿਕਾਰੀਆਂ ਨੂੰ ਪਹੁੰਚਾ ਦਿੱਤਾ ਜਾਵੇਗਾ।